श्री वाहिगुरु साहिब जी। सतनाम धन वाहिगुरु जी। वड्डा तेरा दरबार सच्चा तुद तखत, सिर शाह पातशाहो, निहचल चौर छत। पंज प्याले पंज पीर, छठमा पीर बैठा गोर भारी। अर्जन काया पलट कै, मूरत हार गोबिंद सवारी। दल भंजन गुर सूरमा, वड जोधा बहु पर उपकारी। बेशुमार अथाह अगंत अतुल, ज्यों बुलावो त्यों नानक दास बोले। सतनाम श्री वाहिगुरु जी। असंख नाव असंख थाव, अगम अगम असंख लोआ। असंख नाव असंख थाव, अगम अगम असंख लोआ। असंख कहे सिर भार होए, अखरी नाम अखरी सलाह। अखरी ज्ञान गीत गुण गाह। अखरी लिखन बोलन बान, अखरा सिर संजोग वखान। जिन एह लिखे तिस सिर नाहे, जेव फुरमाए तेव तेव पाहे। जिता कीता तिता नाऊं, वेण नावै नाहि को थाओ। कुदरत कवन कहा विचार, वारिया
ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਸੰਗਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਪਰਸ ਕੇ ਜ਼ਿੰਦਗੀ ਦੇ ਮਿਲੇ ਹੋਏ ਇਨ੍ਹਾਂ ਕੀਮਤੀ ਸਵਾਸਾਂ ਨੂੰ ਸਫਲਾ ਕਰ ਰਹੇ ਹੋ। ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ, ਉਹਨਾਂ ਨੇ ਅੱਜ ਇਸ਼ਾਰੇ ਮਾਤਰ ਆਪ ਜੀ ਨੂੰ ਇਤਿਹਾਸ ਜੋ ਅੱਜ ਦਾ ਹੈ ਉਹਦੀ ਗੱਲ ਉਹ ਕਰਕੇ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਨ, ਜੋ ਲੜੀਵਾਰ ਕਥਾ ਹੈ, ਇਹਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਅੱਜ ਦਾ ਇਤਿਹਾਸਕ ਦਿਹਾੜਾ ਹੈ ਉਹਦੀ ਵੀ ਆਪਾਂ ਸਾਂਝ ਪਾਉਣੀ ਹੈ। ਕਿਉਂਕਿ ਸਿੱਖ ਦਾ ਜੀਵਨ ਜਿਹੜਾ ਹੈ ਉਹ ਦੋ ਪੰਖੀਆਂ ਤੇ ਉਡਾਰੀ ਮਾਰਦਾ ਹੈ। ਇੱਕ ਪੰਖ ਜਿਹਨੂੰ ਅਸੀਂ ਗੁਰਬਾਣੀ ਜਾਂ ਨਾਮ ਸਿਮਰਨ ਅਭਿਆਸ ਆਖਦੇ ਹਾਂ, ਤੇ ਦੂਸਰਾ ਪੰਖ ਜਿਹੜਾ ਹੈ ਉਹ ਇਤਿਹਾਸ ਦਾ ਪੱਖ ਹੈ। ਇੱਕ ਹੀ ਪੰਖ ਤੋਂ ਬਗੈਰ ਜੇ ਕੱਲੇ ਇੱਕੋ ਦੇ ਨਾਲ ਕਹੀਏ ਕਿ ਉਡਾਰੀ ਮਾਰੀ ਜਾ ਸਕਦੀ ਹੈ ਤੇ ਉਹ ਹੋ ਨਹੀਂ ਸਕਦਾ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਕਰਨ, ਗਿਆਨੀ ਹਰਪਾਲ ਸਿੰਘ ਜੀ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰ ਦੇ ਢਾਡੀ ਰਹੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਖਤ ਦੇ ਖੜੇ ਹੋ ਕੇ ਗੁਰ ਇਤਿਹਾਸ ਦੀਆਂ ਵਾਰਾਂ ਉਹਨਾਂ ਨੇ ਸੰਗਤਾਂ ਨੂੰ ਸੁਣਾਈਆਂ ਨੇ। ਸੋ ਮਨ ਦੇ ਵਿੱਚ ਇਹ ਚਾਉ ਹੁੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਭਾਈ ਗੁਰਦਾਸ ਸਾਹਿਬ ਜੀ ਆਖਦੇ ਪਏ ਨੇ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਚਾਰ ਗੱਲਾਂ ਉਹਨਾਂ ਨੇ ਇੱਕੋ ਪੰਕਤੀ ਵਿੱਚ ਆਖੀਆਂ। ਦਲ ਭੰਜਨ, ਸੂਰਮਾ ਹੈ ਗੁਰੂ, ਤੇ ਜੋਧਾ ਹੈ ਬਹੁਤ ਵੱਡਾ, ਤੇ ਚੌਥੀ ਗੱਲ ਉਹਨਾਂ ਨੇ ਆਖੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬਹੁ ਪਰ ਉਪਕਾਰੀ। ਪਰ ਉਪਕਾਰ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਚ ਇੰਨਾ ਕਿ ਜੇ ਇਤਿਹਾਸ ਨੂੰ ਪੜ੍ਹ ਕੇ ਦੇਖੋ ਤੇ ਸ਼ਰਧਾ ਦੇ ਨਾਲ ਸੀਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਦਾ ਹੈ। ਜੂਨ ਦੇ ਮਹੀਨੇ ਦੇ ਵਿੱਚ ਸਨ 1595 ਦੇ ਅੰਦਰ ਪੰਚਮ ਗੁਰਦੇਵ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਨਗਰ ਵਡਾਲੀ, ਜਿਹਨੂੰ ਗੁਰੂ ਕੀ ਵਡਾਲੀ ਆਖਦੇ ਆ, ਉਸ ਨਗਰ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ। ਜੇ ਥੋੜਾ ਜਿਹਾ ਪਿਛੋਕੜ ਵੱਲ ਚੱਲੋ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਬਹੁਤ ਸਮਾਂ ਹੋ ਗਿਆ ਕਿ ਔਲਾਦ ਨਹੀਂ ਹੈ ਅਜੇ। ਕਰਮੋਂ ਜਿਹੜੀ ਜਠਾਨੀ ਹੈ ਪ੍ਰਿਥੀ ਚੰਦ ਦੀ ਘਰ ਵਾਲੀ, ਉਹ ਤਾਨੇ ਮਾਰਦੀ ਆ ਕਿ ਇਹਨਾਂ ਨੇ ਤੇ ਐਵੇਂ ਚਲੇ ਜਾਣਾ ਹੈ। ਔਰ ਉਹਨਾਂ ਦੇ ਮਨ ਦੇ ਵਿੱਚ ਇਹ ਲਾਲਚ ਵੀ ਹੈ ਕਿ ਜੋ ਕੁਝ ਗੁਰੂ ਘਰ ਦੇ ਵਿੱਚ ਦਿਖਾਈ ਦਿੰਦਾ ਹੈ ਉਹ ਸਾਡੇ ਕੋਲ ਹੋਵੇ। ਸਤਿਗੁਰੂ
ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਆ ਕੇ ਇੱਕ ਦਾਸੀ ਨੇ ਦੱਸਿਆ, ਕਹਿਣ ਲੱਗੀ, ਮਾਤ ਗੰਗਾ ਜੀ, ਮੈਂ ਜਦੋਂ ਇਹ ਬਚਨ ਕਰਮੋਂ ਦੇ ਮੂੰਹ ਦੇ ਵਿੱਚੋਂ ਸੁਣੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਸੰਤਾਨ ਨਹੀਂ ਹੋਣੀ, ਇਹਨਾਂ ਨੇ ਸੰਸਾਰ ਤੋਂ ਇਵੇਂ ਹੀ ਚਲੇ ਜਾਣਾ, ਮੇਰਾ ਹਿਰਦਾ, ਮੇਰਾ ਕਲੇਜਾ ਪਾੜ ਕੇ ਇਹਨਾਂ ਬਚਨਾਂ ਨੇ ਰੱਖ ਦਿੱਤਾ ਤੇ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਆ ਕੇ ਆਪ ਜੀ ਨੂੰ ਦੱਸਿਆ ਹੈ। ਉਸ ਵੇਲੇ ਮਾਤਾ ਗੰਗਾ ਜੀ ਨੇ ਜਦੋਂ ਸ਼ਾਮ ਦੇ ਸਮੇਂ ਸਤਿਗੁਰੂ ਮਹਾਰਾਜ ਹਰਮੰਦਰ ਸਾਹਿਬ ਜੀ ਦੀ ਸੇਵਾ ਤੋਂ ਵਾਪਸ ਪਰਤਦੇ ਆ ਤੇ ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ, ਤੁਹਾਡੇ ਘਰ ਦੇ ਵਿੱਚ ਤਾਂ ਤੁਸੀਂ ਖਾਲੀ ਝੋਲੀਆਂ ਲੈ ਕੇ ਲੋਕ ਆਉਂਦੇ ਨੇ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਵੀ ਔਲਾਦ ਦਾ ਸੁੱਖ ਨਹੀਂ ਲਿਖਿਆ। ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨਾਂ ਨੂੰ ਵੀ ਸੁੱਖ ਮਿਲਦਾ ਹੈ। ਬਾਬੇ ਆਦਮ ਦਾ ਇਤਿਹਾਸ ਗੁਰੂ ਰਾਮਦਾਸ ਦਾ ਪੜ੍ਹ ਕੇ ਦੇਖੋ, ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਤੁਹਾਡੇ ਕਰਮਾਂ ਦੇ ਵਿੱਚ ਨਹੀਂ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਤੁਹਾਡੀ ਸੇਵਾ ਪ੍ਰਵਾਨ ਹੋਏ, ਤੁਹਾਡੇ ਘਰ ਦੇ ਵਿੱਚ ਸੰਤਾਨ ਜ਼ਰੂਰ ਹੋਵੇਗੀ ਤੇ ਨਾਮ ਭਗਤੂ ਰੱਖਿਓ। ਮਾਤਾ ਗੰਗਾ ਜੀ ਨੇ ਉਸ ਵੇਲੇ ਬਚਨ ਕਹੇ, ਸੱਚੇ ਪਾਤਸ਼ਾਹ ਮਹਾਰਾਜ, ਮੈਂ ਹੋਰ ਤਾਨੇ ਨਹੀਂ ਸੁਣਨਾ ਚਾਹੁੰਦੀ, ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਵੀ ਔਲਾਦ ਦਾ ਸੁੱਖ ਪਾਓ। ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਕੇ ਆਖਦੇ ਨੇ, ਤੁਹਾਡੇ ਘਰ ਦੇ ਵਿੱਚ ਪੁੱਤਰ ਹੋਵੇਗਾ, ਪਰ ਸਭ ਤੋਂ ਪਹਿਲਾਂ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ ਤੇ ਅਰਦਾਸ ਕਰਾ ਕੇ ਆਓ। ਕਹਿੰਦੇ, ਬਾਬਾ ਬੁੱਢਾ ਸਾਹਿਬ ਕਿਉਂ? ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਸਿੱਖ ਨੇ, ਇੰਦਰੀ ਜਿਤ ਸਿੱਖ ਦੇ, ਉਹਨਾਂ ਦਾ ਕਹਿਆ ਤੇ ਕਰਤਾਰ ਵੀ ਨਹੀਂ ਮੋੜਦਾ। ਮਾਤਾ ਗੰਗਾ ਜੀ, ਚਲੋ ਇਤਿਹਾਸ ਲਿਖਦਾ ਹੈ ਕਿ ਪਹਿਲੋਂ ਵੀ ਗਏ, ਪਰ ਜੋ ਅੱਜ ਦੇ ਇਤਿਹਾਸ ਮੁਤਾਬਕ ਆਪਾਂ ਗੱਲ ਕਰਦੇ ਆ ਕਿ ਮਾਤਾ ਗੰਗਾ ਜੀ ਨੇ ਮਿੱਸੇ ਪ੍ਰਸ਼ਾਦੇ ਲੈ ਕੇ ਗਏ। ਮਾਤਾ ਗੰਗਾ ਜੀ ਲੱਸੀ ਦਾ ਜਿਹੜਾ ਸੀ ਉਹ ਕਾੜਨਾ ਭਰ ਕੇ, ਘੜਾ ਭਰ ਕੇ ਲੈ ਕੇ ਗਏ। ਗੰਡਾ ਚਾਰ ਨਾਲ ਖੜਿਆ ਤੇ ਜਦੋਂ ਬੀੜ ਸਾਹਿਬ ਪਹੁੰਚਦੇ ਨੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਖੇਤਾਂ ਵਿੱਚ ਸੇਵਾ ਕਰਦੇ ਪਏ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮਹਿਲਾਂ ਨੂੰ ਆਉਂਦਿਆਂ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ, ਮਾਂ ਹੀ ਜਾਣਦੀ ਏ ਕਿ ਬੱਚੇ ਨੂੰ ਭੁੱਖ ਲੱਗੀ, ਮਾਂ ਤੂੰ ਕਿੰਨਾ ਚੰਗਾ ਕੀਤਾ ਕਿ ਪ੍ਰਸ਼ਾਦਾ ਲੈ ਕੇ ਆਏ। ਮਾਤਾ ਗੰਗਾ ਜੀ ਦੇ ਸਿਰ ਦੇ ਉੱਤੋਂ ਉਹ ਪ੍ਰਸ਼ਾਦਾ, ਉਹ ਲੱਸੀ ਜਿਹੜਾ ਸੀ ਭਾਂਡਾ ਥੱਲੇ ਤਾਰਿਆ, ਪ੍ਰਸ਼ਾਦੇ ਖੋਲੇ। ਬਾਬਾ ਬੁੱਢਾ ਸਾਹਿਬ ਜੀ ਨੇ ਗੰਡਾ ਫੜ ਕੇ ਅਜੇ ਤੋੜਨ ਲੱਗਿਆ ਤੇ ਮਾਤਾ ਗੰਗਾ ਦੇ ਚਿਹਰੇ ਵੱਲੇ ਵੇਖਿਆ ਤੇ ਅੱਖਾਂ ਦੇ ਵਿੱਚ ਥੋੜਾ ਜਿਹਾ ਨਮੀ ਜਲ ਦਿਖਾਈ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ, ਮਾਂ ਅੱਖਾਂ ਦੇ ਵਿੱਚ ਨੀਰ ਕਿਉਂ? ਮਾਤਾ ਗੰਗਾ ਜੀ ਆਖਦੇ ਨੇ, ਸਾਈਂ ਵਾਲਿਓ, ਲੋਕ ਤਾਨੇ ਦਿੰਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਹੋਣੀ। ਬਾਬਾ ਬੁੱਢਾ ਸਾਹਿਬ ਜੀ ਬਿਲਕੁਲ ਐ ਜਿਵੇਂ ਨਾਮ ਦੇ ਰਸ ਦੇ ਸਿਖਰ ਦੇ ਉੱਤੇ ਨਾਮ ਨੇ ਹੁਲਾਰਾ ਦਿੱਤਾ ਹੋਵੇ, ਗੰਡੇ ਦੇ ਉੱਤੇ ਜ਼ੋਰ ਦੀ ਮੁੱਕੀ ਮਾਰ ਕੇ ਉਹ ਆਖਦੇ ਨੇ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਕਿ ਮਾਂ ਗੰਗਾ ਤੇਰੇ ਘਰ ਦੇ ਵਿੱਚ ਜੋਧਾ ਪ੍ਰਗਟ ਹੋਵੇਗਾ, ਇੰਨਾ ਵੱਡਾ ਜੋਧਾ ਹੋਵੇਗਾ ਕਿ ਉਹਦੇ ਸਾਹਮਣੇ ਵੱਡੇ ਵੱਡੇ ਯੋਧੇ ਜਿਹੜੇ ਨੇ ਉਹਨਾਂ ਦੀ ਪੇਸ਼ ਨਹੀਂ ਜਾਏਗੀ। ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਲਿਖਦੇ ਨੇ, ਕਹਿਣ ਲੱਗੇ, ਉਸ ਵੇਲੇ ਅਸਮਾਨ ਚੋਂ ਬਿਜਲੀ ਚਮਕੀ। ਅਸੂ ਦਾ ਇਹ ਦਿਨ ਨੇ, ਅਸਮਾਨ ਦੇ ਵਿੱਚੋਂ ਬਿਜਲੀ ਚਮਕਦੀ ਆ ਤੇ ਬਾਬਾ ਬੁੱਢਾ ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ, ਮਾਂ ਤੇਰੇ ਪੁੱਤਰ ਦੀ ਤਲਵਾਰ ਦੀ ਚਮਕ ਐਵੇਂ ਹੋਵੇਗੀ ਜਿਵੇਂ ਅਸਮਾਨ ਦੀ ਚਮਕਦੀ ਬਿਜਲੀ ਆ। ਪੁੱਤਰ ਦੀ ਚਮਕ, ਤੇਰੀ ਤਲਵਾਰ ਪੁੱਤਰ ਦੀ ਚਮਕ ਐਵੇਂ ਜਿਵੇਂ ਅਸਮਾਨ 'ਚ ਬਿਜਲੀ ਚਮਕਦੀ ਆ ਤੇ ਲੋਕਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ। ਤੇਰੇ ਪੁੱਤਰ ਦੀ ਸ਼ਮਸ਼ੀਰ ਦੇ ਅੱਗੇ ਜ਼ੁਲਮ ਕਰਨ ਵਾਲਿਆਂ ਦੀਆਂ ਵੀ ਅੱਖਾਂ ਚੁੰਧਿਆ ਜਾਇਆ ਕਰਨਗੀਆਂ। ਸਮਾਂ ਆਇਆ, ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਆਪਣਾ ਰਿਹਾਇਸ਼ ਜਿਹੜੀ ਸੀ ਉਹ ਵਡਾਲੀ ਨਗਰ ਵਿੱਚ ਕੀਤੀ। ਜਿੱਦਨ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਸਨ 1595 ਜੂਨ ਦਾ ਮਹੀਨਾ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਗਿਆ। ਹੁਣ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਲਕ ਚਕਾਇਆ ਗਿਆ ਔਰ ਗੁਰੂ ਅਰਜਨ ਦੇਵ ਮਹਾਰਾਜ ਇਹ ਪੁੱਤਰ ਦੇ ਆਗਮਨ ਦਾ ਜਿਹੜਾ ਹੈ ਇਹ ਇਤਿਹਾਸ ਨੂੰ ਸ਼ਬਦ ਦੇ ਵਿੱਚ ਮਹਾਰਾਜ ਦਰਜ ਕਰਦੇ ਨੇ। ਦਸੀ ਮਾਸੀ ਜੰਮਿਆ ਪੂਤ ਭਗਤ ਗੋਬਿੰਦ ਕਾ,
ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਲਕ ਨੂੰ ਜਦੋਂ ਚੁੱਕਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਬਾਬਾ ਜੀ ਬਾਲਕ ਦਾ ਨਾਮ ਕੀ ਰੱਖਣਾ? ਤੇ ਬਾਬਾ ਬੁੱਢਾ ਸਾਹਿਬ ਜੀ ਆਖਦੇ ਨੇ ਮੇਰਾ ਹਰਗੋਬਿੰਦ। ਉਹਨਾਂ ਨੇ ਨਾਮ ਰੱਖਿਆ। ਦੇਖੋ ਪਹਿਲੀ ਅਰਦਾਸ ਕਰਦੇ ਨੇ ਜਨਮ ਵਾਸਤੇ, ਫਿਰ ਨਾਮ ਰੱਖਦੇ ਆ। ਜਿੱਦਣ ਪੜਾਉਣਾ ਹੈ ਵਿਦਿਆ ਦੇਣੀ ਆ ਉਦਣ ਵੀ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਗਿਆ ਕਿ ਹਰਗੋਬਿੰਦ ਨੂੰ ਵਿਦਿਆ ਤੁਸੀਂ ਦੇਣੀ ਆ। ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਮੈਨੂੰ ਕੀ ਆਉਂਦਾ? ਕਹਿੰਦੇ ਬਸ ਉਹੀ ਪ੍ਰੇਮ ਸਿਖਾ ਦਿਓ ਜਿਸ ਪ੍ਰੇਮ ਨੂੰ ਵੇਖ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਤੁਹਾਨੂੰ ਆਪਣੇ ਗਲੇ ਨਾਲ ਲਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 72 ਕਲਾਂ ਦੀ 72 ਵੱਖ-ਵੱਖ ਤਰ੍ਹਾਂ ਦੀ ਵਿਦਿਆ ਸਿਖਾਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇਖੋ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਐਸੀ ਅਵਸਥਾ ਦੇ ਮਾਲਕ ਨੇ ਕਿ ਜੇਕਰ ਪ੍ਰਕਾਸ਼ ਤੋਂ ਪਹਿਲਾਂ ਅਰਦਾਸ ਕਰਦੇ ਨੇ, ਨਾਮ ਉਹ ਰੱਖਦੇ ਨੇ, ਵਿਦਿਆ ਉਹ ਦਿੰਦੇ ਨੇ, ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਨੇ, 2 ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਪਹਿਨਾਉਂਦੇ ਨੇ। ਅਕਾਲ ਤਖਤ ਜਿੰਦਾ ਅੱਜ ਇਤਿਹਾਸਿਕ ਦਿਹਾੜਾ ਹੈ। ਬਾਬਾ ਬੁੱਢਾ ਸਾਹਿਬ ਜੀ ਤਖਤ ਦੀ ਸਿਰਜਣਾ ਕਰਕੇ ਸਤਿਗੁਰੂ ਮਹਾਰਾਜ ਨੂੰ ਸੁਭਾਏਮਾਨ ਕਰਦੇ ਆ, ਪਰ ਕਦੀ ਵੀ ਨਹੀਂ ਆਖਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਆ ਸਾਰਾ ਕੁਝ ਮੈਂ ਕੀਤਾ। ਸਿਰਫ ਇੰਨਾ ਮਨ ਦੇ ਵਿੱਚ ਹੋਣਾ ਕਿ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਮੇਰੇ ਤੋਂ ਕਰਵਾ ਲਿਆ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਵਿਰੋਧ ਵਾਸਤੇ ਪ੍ਰਿਥੀ ਚੰਦ ਨੇ ਬਹੁਤ ਕੁਝ ਕੀਤਾ। ਉਹ ਚਾਹੁੰਦਾ ਸੀ ਕਿ ਸਭ ਤੋਂ ਪਹਿਲਾਂ ਤਾਂ ਇਹ ਕਿ ਅਰਜਨ ਦੇਵ ਦੇ ਘਰ ਔਲਾਦ ਨਾ ਹੁੰਦੀ ਤੇ ਚੰਗਾ, ਪਰ ਜੇ ਹੁਣ ਹੋ ਗਈ ਆ ਤੇ ਇਹਨੂੰ ਖਤਮ ਕਿਵੇਂ ਕਰਨਾ? ਸਭ ਤੋਂ ਪਹਿਲਾਂ ਫੱਤੋ ਦਾਈ ਉਹਨੂੰ ਕਿਹਾ ਗਿਆ ਕਿ ਤੂੰ ਜ਼ਹਿਰ ਕਿਸੇ ਤਰੀਕੇ ਨਾਲ ਇਸ ਬਾਲਕ ਨੂੰ ਦੇ। ਉਹਨੇ ਦੁੱਧ ਤੇ ਜ਼ਹਿਰ ਲਾ ਕੇ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸੇ ਜ਼ਹਿਰ ਦੇ ਅਕੜਾਅ ਨਾਲ ਉਸ ਦਾਈ ਦੀ ਮੌਤ ਹੋਈ। ਉਸ ਤੋਂ ਬਾਅਦ ਵਿੱਚ ਖਡਾਵਾ ਬ੍ਰਾਹਮਣ ਜਿਹੜਾ ਸੀ ਉਹਨੂੰ ਕਿਹਾ ਕਿ ਤੂੰ ਜ਼ਹਿਰ ਦੇ ਦੇ ਹਰਗੋਬਿੰਦ ਬੱਚੇ ਨੂੰ। ਉਦੋਂ ਸਤਿਗੁਰੂ ਮਹਾਰਾਜ ਜੀ ਨੂੰ ਜ਼ਹਿਰ ਦੇਣ ਲੱਗਾ। ਬਾਲਕ ਹਰਗੋਬਿੰਦ ਉਹਨਾਂ ਦਹੀਂ ਨਹੀਂ ਖਾਦਾ, ਉਹ ਦਹੀਂ ਥੱਲੇ ਡੁੱਲਦਾ ਤੇ ਕੁੱਤਾ ਉਹ ਦਹੀਂ ਖਾ ਗਿਆ, ਕੁੱਤੇ ਦੀ ਮੌਤ ਹੁੰਦੀ ਆ। ਬ੍ਰਾਹਮਣ ਇੰਨਾ ਕੁ ਡਰ ਗਿਆ, ਘਰੇ ਜਾ ਕੇ ਸੂਲ ਉੱਠਿਆ ਤੇ ਉਸ ਸੂਲ ਦੇ ਕਰਕੇ ਉਸ ਬ੍ਰਾਹਮਣ ਦੀ ਮੌਤ ਹੋਈ। ਦੁਸ਼ਟ ਬ੍ਰਾਹਮਣ ਮੂਆ ਹੋਏ ਕਿ ਸੂਲ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ। ਸੱਚੇ ਪਾਤਸ਼ਾਹ ਮਹਾਰਾਜ ਨੂੰ ਮਾਰਨ ਵਾਸਤੇ ਸੁਪੇਰੇ ਨੂੰ ਕਿਹਾ ਗਿਆ, ਉਹਨੇ ਜ਼ਹਿਰੀਲਾ ਸੱਪ ਛੱਡਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੱਪ ਨੂੰ ਪਟਕਾ ਕੇ ਮਾਰਿਆ ਤੇ ਸੱਪ ਮਾਰਿਆ ਗਿਆ। ਉੱਥੇ ਇੱਕ ਬੱਚੇ ਦੇ ਰਾਹੀਂ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਹੀਲੇ ਵਸੀਲਾ ਕੋਈ ਨਾ ਚੱਲਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਖਿਲਾਫ ਪ੍ਰਿਥੀ ਚੰਦ ਨੇ ਸਰਕਾਰੇ ਦਰਬਾਰੇ ਜਿਹੜਾ ਸੀ ਬਹੁਤ ਕੁਝ ਕਹਿਣਾ ਸ਼ੁਰੂ ਕੀਤਾ, ਚੁਗਲੀਆਂ ਕਰਨੀਆਂ ਸ਼ੁਰੂ ਕੀਤੀਆਂ। ਇੱਥੋਂ ਤੱਕ ਕਿ ਸੁਰਬੀ ਖਾਨ ਨੂੰ ਪੈਸੇ ਦਿੱਤੇ, ਉਹ ਫੌਜ ਲੈ ਕੇ ਆਇਆ, ਪਰ ਉਹ ਬਿਆਸ ਟੱਪਦਿਆਂ ਆਪਸ ਵਿੱਚ ਲੜੇ ਤੇ ਉਹ ਸੁਰਬੀ ਖਾਨ ਦੀ ਮੌਤ ਹੋਈ। ਸੁਲਹੀ ਖਾਨ ਨੂੰ ਲੈ ਕੇ ਆਇਆ ਹੇਰ ਪਿੰਡ, ਆਪਣੇ ਸਹੁਰਿਆਂ ਦੇ ਪਿੰਡ ਉਹਨੇ ਪੱਠੇ ਲਾਏ ਸੀ ਪ੍ਰਿਥੀ ਚੰਦ ਨੇ, ਉਹ ਪੱਠੇ ਦਿਖਾਉਣ ਵਾਸਤੇ ਲੈ ਕੇ ਗਿਆ। ਉਹ ਅੱਗ ਨੂੰ ਦੇਖ ਕੇ ਘੋੜਾ ਡਰਿਆ, ਦੌੜਿਆ, ਪੈਰ ਜਿਹੜਾ ਸੀ ਰਕਾਬ ਸੁਲਹੀ ਖਾਨ ਦਾ ਅੜ ਗਿਆ ਤੇ ਸੁਲਹੀ ਖਾਨ ਨਾਪਾਕ ਮੌਤ ਦੇ ਨਾਲ ਪੱਠੇ ਦੇ ਵਿੱਚ ਸੜ ਕੇ ਉਹਦੀ ਮੌਤ ਹੁੰਦੀ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਖੀਰ ਤਵਸਬੀ ਨੀਤੀ ਸੀ ਜਿਹੜੀ ਜਹਾਂਗੀਰ ਆਪਣੀ ਜੀਵਨੀ ਦੇ ਵਿੱਚ ਉਹ ਲਿਖਦਾ ਹੈ ਕਿ ਮੈਂ ਚਾਹੁੰਦਾ ਸੀ ਕਿ ਇਹ ਦੁਕਾਨੇ ਬਾਤਲ ਜਿਹੜੀਆਂ 4-5 ਪੀੜ੍ਹੀਆਂ ਤੋਂ ਚੱਲਦੀ ਪਈ ਆ, ਇਹ ਝੂਠ ਦੀਆਂ ਦੁਕਾਨਾਂ ਨੂੰ ਮੈਂ ਬੰਦ ਕਰਨਾ ਚਾਹੁੰਦਾ ਹੈ। ਉਹਨੇ ਆਪਣੀ ਜੀਵਨੀ ਦੇ ਵਿੱਚ ਲਿਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਇਲਜ਼ਾਮ ਕੀ ਲਾਇਆ ਗਿਆ? ਕਹਿਣ ਲੱਗੇ ਤੁਸੀਂ ਖੁਸਰੋ ਦੀ ਮਦਦ ਕੀਤੀ, ਤੁਸੀਂ ਖੁਸਰੋ ਦੇ ਵਾਸਤੇ ਅਰਦਾਸ ਕੀਤੀ, ਤੁਸੀਂ ਖੁਸਰੋ ਨੂੰ ਤਿਲਕ ਦਿੱਤਾ ਕਿ ਤੂੰ ਜਿੱਤੇਗਾ, ਤੁਸੀਂ ਖੁਸਰੋ ਨੂੰ 4 ਲੱਖ ਰੁਪਈਆ ਮਦਦ ਦਿੱਤੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਯਾਸਾ ਦੇ ਕਾਨੂੰਨ ਤਹਿਤ ਕਤਲ ਕਰਨ ਦਾ ਅਮਰ ਕਰਦੰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਤਲ ਕਰਨ ਵਾਸਤੇ ਹੁਕਮ ਦੇ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਲਾਹੌਰ ਚੱਲੇ ਨੇ ਸ਼ਹਾਦਤ ਦੇ ਵਾਸਤੇ, ਉਸ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕਰਕੇ ਬਾਲਕ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ, ਉਹਨਾਂ ਦਾ ਪ੍ਰਕਾਸ਼ ਜਿਹੜਾ ਹੈ 1595 ਦਾ ਹੈ
ਤੇ 1606 ਦੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੇ 11 ਸਾਲ ਦੀ ਉਮਰ ਕੇਵਲ ਬਣਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। 11 ਸਾਲ ਦੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤਿਲਕ ਗੁਰਿਆਈ ਦਾ ਦਿੱਤਾ। ਔਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਾਣ ਤੋਂ ਪਹਿਲੋਂ ਹਰਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਔਰ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਇਹ ਆਖਿਆ ਸੀ, ਕਹਿਣ ਲੱਗੇ ਬੇਟਾ ਕੋਈ ਵੀ ਕਾਰਜ ਕਰਨਾ ਪਰ ਹਰ ਕਾਰਜ ਕਰਨ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਜ਼ਰੂਰ ਲੈਣੀ। ਸਤਿਗੁਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਆ। ਸ਼ਹਾਦਤ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਉਹ ਸੇਲੀ ਟੋਪੀ ਤੇ ਮਾਲਾ ਤੋਸ਼ੋਖਾਨੇ ਵਿੱਚ ਰਖਾ ਦਿੰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 2 ਤਲਵਾਰਾਂ ਪਹਿਨਦੇ ਨੇ ਤੇ ਸੁਰ ਸਿੰਘ ਦੇ ਢਾਡੀ ਜਿਨ੍ਹਾਂ ਨੂੰ ਸਤਿਗੁਰ ਮਹਾਰਾਜ ਨੇ ਬੜਾ ਮਾਣ ਦਿੱਤਾ। ਆਪਣੇ ਦਰ ਦੇ ਢਾਡੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੰਨਾ ਕੁ ਮਾਣ ਦਿੱਤਾ ਕਿ ਉਹਨਾਂ ਆਏ ਤਾਂ ਉਹ ਤੁਰ ਕੇ ਸੀ, ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਭੇਜਿਆ ਤੇ ਉਦੋਂ ਹਾਥੀਆਂ ਦੇ ਉੱਤੇ ਭੇਜਿਆ ਕਿ ਆ ਹਾਥੀਆਂ ਦੇ ਉੱਤੇ ਆਇਆ ਜਾਇਆ ਕਰੋ, ਕਿਉਂਕਿ ਤੁਸੀਂ ਗੁਰੂ ਕਾ ਜਸ ਗਾਉਂਦੇ ਪਏ ਹੋ, ਤੁਸੀਂ ਵੀਰਤਾ ਗਾਉਂਦੇ ਹੋ। ਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਿਰਪਾ ਕੱਲੇ ਉਦੋਂ ਹੀ ਨਹੀਂ ਕਿ ਗੁਰੂ ਸਾਹਿਬ ਆਪਣੇ ਢਾਡੀਆਂ ਨੂੰ ਹਾਥੀਆਂ ਤੇ ਭੇਜਦੇ ਹੋਵਨ, ਅੱਜ ਵੀ ਸੱਚੇ ਪਾਤਸ਼ਾਹ ਮਹਾਰਾਜ ਗਿਆਨੀ ਹਰਪਾਲ ਸਿੰਘ ਬੈਠੇ ਆ, ਹੋਰ ਅਣਗਿਣਤ ਢਾਡੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਾਥੀਆਂ ਦੀ ਥਾਂ ਤੇ ਹੁਣ ਜਹਾਜ਼ਾਂ ਦੇ ਉੱਤੇ ਚੜਾਇਆ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਤੇ ਖੜੇ ਹੋ ਕੇ ਦੋਨੋਂ ਢਾਡੀ ਨੱਥਾ ਤੇ ਅਬਦੁੱਲਾ ਉਹਨਾਂ ਨੇ ਵਾਰ ਗਾਈ, ਕਹਿਣ ਲੱਗੇ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਹਾ ਗਿਆ ਪੱਗ ਤੇਰੀ ਕੀ ਜਹਾਂਗੀਰ ਦੀ। ਔਰ ਸਮੇਂ ਦੀ ਹਕੂਮਤ ਬਾਦਸ਼ਾਹ ਜਹਾਂਗੀਰ ਹੋਵੇ, ਜਿਨ੍ਹਾਂ ਦਾ ਰਾਜ ਚੱਲਦਾ ਹੋਵੇ, ਜਿਹੜੇ ਕੁਝ ਸਮਾਂ ਪਹਿਲਾਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਦੇ ਹੋਵਨ, ਪਰ ਦੇਖੋ ਸਿੱਖੀ ਕਦੀ ਝੁਕੀ ਨਹੀਂ। ਝੁਕਾਉਣ ਦੇ ਯਤਨ ਬੜੇ ਕੀਤੇ ਜਾਂਦੇ ਆ, ਸਿੱਖੀ ਨੂੰ ਝੁਕਾਉਣ ਦਾ ਯਤਨ ਕੀਤਾ ਪਰ ਸਿੱਖੀ ਹੋਰ ਨਿਖਰ ਕੇ ਆਈ। ਤੁਸੀਂ ਅਰਦਾਸ ਕਰਦੇ ਹੋ ਨਾ, ਤੀਸਰਾ ਬੰਦ ਪੜ੍ਹਦੇ ਹੋ ਜਦੋਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਉੱਥੇ ਇਹ ਨਹੀਂ ਹੋਇਆ ਕਿ ਧਰਮ ਹਾਰ ਗਿਆ, ਕੁਰਬਾਨੀਆਂ ਕੀਤੀਆਂ ਗਈਆਂ ਪਰ ਧਰਮ ਨਹੀਂ ਹਾਰਿਆ, ਧਰਮ ਹਮੇਸ਼ਾ ਜਿੱਤਿਆ। ਕੁਰਬਾਨੀ ਤਾਂ ਹੋਈ, ਸ਼ਹਾਦਤ ਤਾਂ ਹੋਈ, ਧਰਮ ਕਦੀ ਨਹੀਂ ਹਾਰਿਆ। ਇਸ ਕਰਕੇ ਮਹਾਰਾਜ ਕਹਿੰਦੇ ਧਰਮ ਜਿਹੜਾ ਹੈ ਨਾ ਉਹ ਹਾਰਦਾ ਕਦੀ ਨਹੀਂ। ਜਿਹੜੇ ਹਾਰਦੇ ਨੇ ਉਹ ਛੋਟੇ ਮਨਾਂ ਵਾਲੇ ਹੁੰਦੇ ਨੇ, ਜਿਹੜੇ ਛੱਡ ਕੇ ਕਹਿਣਗੇ ਕਿ ਅੱਜ ਇਸ ਪਾਸੇ ਜਦੋਂ ਕਿਤੇੋਂ ਲਾਭ ਮਿਲਿਆ, ਕਿਤੇੋਂ ਕੋਈ ਫਾਇਦਾ ਮਿਲਦਾ ਦਿਸਦਾ ਹੈ ਤੇ ਫਿਰ ਦੂਸਰੇ ਪਾਸੇ ਚਲੇ ਜਾਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ 2 ਤਲਵਾਰਾਂ ਪਹਿਨੀਆਂ ਤੇ ਨੱਥਾ ਤੇ ਅਬਦੁੱਲਾ ਢਾਡੀ ਨੇ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਆਖਿਆ ਕਿ ਪੱਗ ਤੇਰੀ ਕੀ ਜਹਾਂਗੀਰ ਦੀ, ਕਿ ਐ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀ ਦਸਤਾਰ, ਤੁਹਾਡੀ ਪੱਗ ਦੇ ਅੱਗੇ, ਤੁਹਾਡੀ ਪੱਗ ਦੇ ਅੱਗੇ ਜਿਹੜਾ ਬਾਦਸ਼ਾਹ ਜਹਾਂਗੀਰ ਦੀ ਪੱਗ ਵੀ ਫਿੱਕੀ ਪੈਂਦੀ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਨ 15 ਜੂਨ ਸਨ 1606 ਨੂੰ ਅਕਾਲ ਤਖਤ ਦੀ ਸਿਰਜਣਾ ਦੀ ਆਰੰਭਤਾ ਕੀਤੀ ਹੈ। ਇਹ ਤਕਰੀਬਨ ਲੰਮਾ ਸਮਾਂ ਲੱਗਿਆ, 1609 ਦੇ ਵਿੱਚ ਜਾ ਕੇ ਮਹਾਰਾਜ ਤਖਤ ਤੇ ਬੈਠਦੇ ਆ। ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖਿਆ ਕਿ ਹਕੂਮਤ ਦਾ ਜਿਹੜਾ ਤਖਤ ਆ ਨਾ ਉਹ ਜਿੰਨਾ ਉੱਚਾ ਸੀ, ਮਹਾਰਾਜ ਨੇ ਖਾਲਸੇ ਦਾ ਤਖਤ, ਸਿੱਖੀ ਦਾ ਤਖਤ ਜਾਂ ਅਕਾਲ ਤਖਤ ਜਿਹੜਾ ਸਿੱਖਾਂ ਦਾ ਪਹਿਲਾ ਤਖਤ ਆ, ਉਹਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਨੇਜਾ ਖੜਾ ਕਰਕੇ ਤੇ ਉਹਦੇ ਬਰਾਬਰ ਦਾ ਬਣਵਾਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਤਖਤ ਜਿਹੜਾ ਹੈ ਇਹ ਆਮ ਇਨਸਾਨ ਦਾ ਨਹੀਂ ਬਣਨਾ, ਇਹ ਤਖਤ ਜਿਹੜਾ ਹੈ ਉਹ ਬਾਦਸ਼ਾਹਾਂ ਦਾ ਨਹੀਂ ਬਣਨਾ, ਇਹ ਤਖਤ ਜਿਹੜਾ ਹੈ ਉਹ ਅਕਾਲ ਦਾ ਬਣਨਾ ਹੈ। ਅਕਾਲ ਦੇ ਅਰਥ ਹੁੰਦੇ ਨੇ ਜਿੰਦੇ ਤੇ ਨਾ ਮੌਤ ਦਾ ਕੋਈ ਪ੍ਰਭਾਵ ਨਾ ਸਮੇਂ ਦਾ ਪ੍ਰਭਾਵ। ਹਿੰਦੁਸਤਾਨ ਦੇ ਵਿੱਚ ਜਦੋਂ ਬਾਬਰ ਤੋਂ ਲੈ ਕਰਕੇ ਬਹਾਦਰ ਸ਼ਾਹ ਤੱਕ ਬਾਦਸ਼ਾਹ ਰਹੇ, ਉਦੋਂ ਵੱਖ-ਵੱਖ ਉਹਨਾਂ ਨੇ ਤਖਤ ਬਣਾਏ। ਲਾਹੌਰ ਦੇ ਵਿੱਚ ਤਖਤ ਬਣਾਇਆ, ਸ਼ਾਹਜਹਾਨਪੁਰ ਦਿੱਲੀ ਦੇ ਵਿੱਚ ਤਖਤ ਬਣਾਇਆ, ਆਗਰੇ ਦੇ ਵਿੱਚ ਤਖਤ ਬਣਾਇਆ, ਫਤਿਹਪੁਰ ਸਿਕਰੀ ਦੇ ਵਿੱਚ ਤਖਤ ਬਣਾਇਆ। ਪਰ ਅੱਜ ਜਾ ਕੇ ਦੇਖੋ ਕਿਹੜਾ ਤਖਤ ਆ ਜਿੱਥੇ ਜਾ ਕੇ ਲੋਕ ਸਲਾਮਾਂ ਕਰਦੇ ਹੋਣ।
ਚਾਰ ਤਖਤ ਇਸਲਾਮ ਦੇ ਮੌਜੂਦ ਆ। ਆਗਰੇ ਵਿੱਚ, ਫਤਿਹਪੁਰ ਸੀਕਰੀ ਦੇ ਅੰਦਰ, ਦਿੱਲੀ ਦੇ ਵਿੱਚ ਤੇ ਲਾਹੌਰ ਦੇ ਵਿੱਚ। ਪਰ ਅੱਜ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਜਾ ਕੇ ਉਸ ਤਖਤ ਦੇ ਅੱਗੇ ਸਲਾਮ ਕਰਦਾ ਹੋਵੇ। ਪਰ ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰਜਿਆ, ਉਸ ਤਖਤ ਦੇ ਅੱਗੇ ਜਿੰਨੇ ਸਿੱਖ ਉਦੋਂ ਝੁਕਦੇ ਸੀ, ਉਸ ਤੋਂ ਜ਼ਿਆਦਾ ਗਿਣਤੀ ਵਿੱਚ ਅੱਜ ਝੁਕਦੇ ਪਏ ਨੇ। ਸਮੇਂ ਦੇ ਉੱਤੇ ਹਮਲੇ ਕੀਤੇ ਗਏ, ਅਕਾਲ ਤਖਤ ਸਾਹਿਬ ਨੂੰ ਢਾਉਣ ਦੇ ਯਤਨ ਕੀਤੇ ਗਏ, ਪਰ ਸੱਚੇ ਪਾਤਸ਼ਾਹ ਨੇ ਅਕਾਲ ਦਾ ਤਖਤ ਬਣਾਇਆ। 84 ਦੇ ਵਿੱਚ ਵੀ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ। ਅਕਾਲ ਤਖਤ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਗੋਲੇ ਚਲਾਏ ਗਏ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤਖਤ ਅੱਜ ਵੀ ਉਵੇਂ ਸੋਭਦਾ ਪਿਆ ਏ। ਤੇ ਜਿਹੜੇ ਗੋਲੇ ਤੇ ਟੈਂਕ ਚਲਾਉਣ ਵਾਲੇ ਸਨ, ਉਹਨਾਂ ਦਾ ਨਿਸ਼ਾਨ ਜਿਹੜਾ ਹੈ ਉਹ ਦੁਨੀਆ ਤੋਂ ਖਤਮ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਤਖਤ ਜਿਹੜਾ ਅਕਾਲ ਦਾ ਤਖਤ ਹੈ, ਇਹਨੂੰ ਰਾਜ ਮਿਸਤਰੀ ਨਹੀਂ ਬਣਾਏਗਾ, ਇਹਨੂੰ ਕੋਈ ਜੀਵਨ ਵਾਲਾ ਹੀ ਬਣਾ ਸਕਦਾ ਹੈ, ਜਿੰਦਾ ਜੀਵਨ ਸੇਵਾ ਦੇ ਵਿੱਚ ਗੁਜ਼ਰਿਆ ਹੋਵੇ, ਜਿੰਦਾ ਜੀਵਨ ਬਾਣੀ ਦੇ ਵਿੱਚ ਗੁਜ਼ਰਿਆ ਹੋਵੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ 2 ਜਾਨਿਆਂ ਦੀ ਉੱਥੇ ਫਿਰ ਚੋਣ ਕੀਤੀ ਆ। 2 ਜਾਨੇ ਕਿਹੜੇ? ਇੱਕ ਤਾਂ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਸਿੱਖੀ ਦੇ ਵਿੱਚ ਸੇਵਾ ਕਰਦੇ ਪਏ ਨੇ। ਤੇ ਦੂਸਰੇ ਸਤਿਕਾਰਯੋਗ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖੀ ਆ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਦੀ ਚੋਣ ਕੀਤੀ। ਨੀ ਜਿਹੜੀ ਸੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰੱਖੀ। ਤੇ ਇਤਿਹਾਸ ਗੁਰਬਿਲਾਸ ਪਾਤਸ਼ਾਹੀ 6ਵੀਂ, ਉਹਦੇ ਵਿੱਚ ਇਤਿਹਾਸਕਾਰ ਲਿਖਦਾ ਹੈ ਕਿ ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਕਹਿੰਦੇ ਕਿਸੇ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ, ਕੋਈ ਇੱਟ ਨਹੀਂ ਲਾਈ, ਕਿਸੇ ਨੇ ਕੋਈ ਗਾਰਾ ਨਹੀਂ ਲਾਇਆ। ਕੇਵਲ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਨ 1609 ਦੇ ਵਿੱਚ ਮਹਾਰਾਜ ਤਖਤ ਤੇ ਬੈਠਦੇ ਆ। ਇੱਕ ਸਾਧੂ ਆਉਂਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ। ਉਹਨੇ ਆ ਕੇ ਕਿਹਾ, ਕਹਿਣ ਲੱਗਾ, ਇਵੇਂ ਲੱਗਦਾ ਹੈ ਕਿ ਗੁਰੂ ਨਾਨਕ ਦੀ ਭਗਤੀ ਦਾ ਸੋਮਾ ਜਿਹੜਾ ਹੈ ਨਾ, ਉਹ ਸੁੱਕ ਚੁੱਕਾ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਨੇ ਸੁਣਿਆ ਤੇ ਮਹਾਰਾਜ ਨੇ ਬੁਲਾ ਕੇ ਕਿਹਾ, ਕਹਿਣ ਲੱਗੇ ਕਿ ਹੁਣ ਦੱਸੋ ਕੀ ਆਂਦੇ ਹੋ ਤੁਸੀਂ? ਉਹਨੇ ਕਿਹਾ, ਕਹਿਣ ਲੱਗਾ, ਮਹਾਰਾਜ ਮੈਨੂੰ ਐਵੇਂ ਲੱਗਦਾ ਏ ਕਿ ਗੁਰੂ ਨਾਨਕ ਦੇਵ ਮਹਾਰਾਜ ਤਾਂ ਸਾਰੀ ਬੰਦਗੀ ਉਮਰ ਜਿਹੜੀ ਸੀ ਬੰਦਗੀ ਵਿੱਚ ਗੁਜ਼ਾਰੀ, ਉਹਨਾਂ ਨੇ ਲੋਕਾਂ ਨੂੰ ਨਾਮ ਦੇ ਨਾਲ ਜੋੜਿਆ। ਪਰ ਮਹਾਰਾਜ ਆ ਕੀ ਤੁਸੀਂ ਕੁੱਤੇ ਰੱਖੇ, ਤੁਸੀਂ ਸ਼ਿਕਾਰ ਕਰਦੇ ਹੋ, ਤੁਸੀਂ 2 ਤਲਵਾਰਾਂ ਪਹਿਨਦੇ ਹੋ, ਘੋੜ ਸਵਾਰੀ ਕਰਦੇ ਹੋ, ਫੌਜਾਂ ਰੱਖਦੇ ਹੋ, ਜੰਗ ਤੇ ਯੁੱਧ ਕਰਦੇ ਪਏ ਹੋ, ਤੁਹਾਡੇ ਅੰਦਰ ਫਕੀਰੀ ਨਹੀਂ ਦਿਸਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਅੰਦਰ ਜਿਹੜਾ ਹੈ ਸਾਡੇ ਫਕੀਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਉੱਤਰ ਬੜਾ ਸੋਹਣਾ ਦਿੱਤਾ। ਕਹਿੰਦੇ ਨੇ ਕਿ ਜ਼ਾਹਰ ਫਕੀਰੀ ਬਾਤਨ ਆਮੀਰੀ। ਮਹਾਰਾਜ ਕਹਿੰਦੇ ਨੇ ਸਾਡੇ ਅੰਦਰ ਜ਼ਾਹਰ ਤੌਰ ਤੇ ਜਿਹੜਾ ਹੈ ਨਾ ਇੱਕ ਰਸ, ਜੇ ਹੋਰ ਗੱਲ ਹੀ ਕੋਈ ਨਹੀਂ। ਮਹਾਰਾਜ ਆਖਦੇ ਆ ਸਾਡੇ ਅੰਦਰ ਕੇਵਲ ਨਾਮ ਤੋਂ ਬਗੈਰ ਦੂਸਰੀ ਗੱਲ ਕੋਈ ਨਹੀਂ। ਜ਼ਾਹਰ ਫਕੀਰੀ ਬਾਤਨ ਆਮੀਰੀ। ਕਹਿੰਦੇ ਇਹ ਜਿਹੜੇ ਸ਼ਸਤਰ ਪਹਿਨੇ, ਮਹਾਰਾਜ ਕਹਿੰਦੇ ਨੇ ਸ਼ਸਤਰ ਗਰੀਬ ਕੀ ਰੱਖਿਆ, ਜਰਵਾਨੇ ਕੀ ਭਖਿਆ। ਇਤਿਹਾਸਕਾਰ ਉੱਥੇ ਲਿਖਦਾ ਹੈ, ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਹਥਿਆਰ ਜਿਹੜੇ ਪਹਿਨੇ ਹੋਏ ਨੇ, ਇਹ ਗਰੀਬ ਤੇ ਮਜ਼ਲੂਮ ਦੀ ਰਾਖੀ ਦੇ ਵਾਸਤੇ ਪਹਿਨੇ ਆ। ਤੇ ਇਹ ਹਥਿਆਰ ਜਿਹੜੇ ਨੇ ਰਾਖੀ ਦੇ ਨਾਲ ਜਦੋਂ ਕੋਈ ਜ਼ਰਵਾਨਾ ਚੜ ਕੇ ਆਉਂਦਾ ਹੈ ਨਾ, ਉਹਨੂੰ ਉਹਦੀ ਭਾਸ਼ਾ ਦੇ ਵਿੱਚ ਜਵਾਬ ਦੇਣ ਵਾਸਤੇ ਰੱਖੇ ਨੇ, ਜਰਵਾਨੇ ਕੀ ਭਖਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਉਹ ਫਕੀਰ ਆਖਦਾ, ਕਹਿੰਦਾ ਇਹ ਗੱਲ ਮੇਰੇ ਮਨ ਭਾਵਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਨਾਨਕ ਨੇ ਫਕੀਰੀ ਨਹੀਂ ਛੋਡੀ, ਉਹਨਾਂ ਨੇ ਸੰਸਾਰ ਨਹੀਂ ਛੋਡਿਆ। ਉਹ ਤੇ ਅੰਦਰ ਆਤਮੇ ਬਾਣੀ ਦੇ ਨਾਲ ਜੁੜੇ ਤੇ ਉਹਨਾਂ ਨੇ ਜੋੜਨ ਦਾ ਯਤਨ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ। ਤਖਤ ਤੇ ਬੈਠ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੰਗਤ ਨੂੰ ਇਹ ਗੱਲ ਆਖੀ, ਕਹਿਣ ਲੱਗੇ ਹੁਣ ਘੋੜੇ ਭੇਟਾ ਦੇ ਵਿੱਚ ਲੈ ਕੇ ਆਇਆ ਕਰੋ, ਹੁਣ ਹਥਿਆਰ ਭੇਟਾ ਦੇ ਵਿੱਚ ਲੈ ਕੇ ਆਇਆ ਕਰੋ, ਹੁਣ ਨੌਜਵਾਨ ਆਪਣੇ ਆਪ ਨੂੰ ਗੁਰੂ ਅੱਗੇ ਭੇਟ ਕਰੋ, ਤਾਂ ਕਿ ਅਸੀਂ ਜ਼ੁਲਮ ਦਾ ਟਾਕਰਾ ਕਰਨਾ ਹੈ, ਉਹਦੇ ਵਾਸਤੇ ਫੌਜ ਤਿਆਰ ਕਰ ਸਕੀਏ। ਮਹਾਰਾਜ ਨੇ ਹੁਕਮ ਕਰ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ
ਕਿ ਅੱਜ ਤੋਂ ਬਾਅਦ ਸਿੱਖਾਂ ਨੇ ਲੜਨਾ ਨਹੀਂ ਆਪਸ ਦੇ ਵਿੱਚ। ਇਹ ਵੈਸੇ ਰਹਿਤਨਾਮੇ ਜਦੋਂ ਪੜੋ ਤੇ ਉਹਦੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਆ ਕਿ ਸਿੱਖ ਸਿੱਖ ਦੇ ਨਾਲ ਲੜੇ ਨਾ, ਜੇ ਲੜਾਈ ਹੋਵੇ ਤੇ ਸ਼ਾਮ ਤੱਕ ਸੁਲਾ ਕਰੇ, ਜੇ ਸ਼ਾਮ ਤੱਕ ਸੁਲਾ ਨਹੀਂ ਕਰਦਾ ਤੇ ਉਹ ਸਿੱਖ ਤਨਖਾਹੀਆ। ਇਹ ਰਹਿਤਨਾਮੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੇ ਆਖਿਆ, ਕਹਿਣ ਲੱਗੇ ਕਿ ਸਿੱਖ ਝਗੜਾ ਨਾ ਕਰਨ, ਜੇ ਝਗੜਾ ਕੀਤਾ ਤੇ ਸਰਕਾਰੇ ਦਰਬਾਰੇ ਨਹੀਂ ਜਾਣਾ, ਆਪਣਾ ਝਗੜਾ ਜਿਹੜਾ ਹੈ ਉਹ ਅਕਾਲ ਤਖਤ ਤੇ ਲੈ ਕੇ ਆਇਓ, ਇੱਥੇ ਉਹਦੇ ਫੈਸਲੇ ਕੀਤੇ ਜਾਣਗੇ। ਇਸੇ ਤਰ੍ਹਾਂ ਹੋਇਆ। ਸਿੱਖਾਂ ਨੇ ਆਪਣੀਆਂ ਜਵਾਨੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕੀਤੀਆਂ। ਸੱਚੇ ਪਾਤਸ਼ਾਹ ਮਹਾਰਾਜ ਨੂੰ ਹਥਿਆਰ ਭੇਟ ਕੀਤੇ, ਮਹਾਰਾਜ ਜੀ ਨੂੰ ਘੋੜੇ ਭੇਟ ਕੀਤੇ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫੌਜ ਤਿਆਰ ਕੀਤੀ। 4 ਜੰਗਾਂ ਜਿਹੜੀਆਂ ਸੀ ਪ੍ਰਮੁੱਖ ਗਿਣੀਆਂ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ 4 ਜੰਗਾਂ ਲੜੀਆਂ ਤੇ 4 ਜੰਗਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿੱਤ ਹੁੰਦੀ ਆ। ਸੱਚੇ ਪਾਤਸ਼ਾਹ ਮਹਾਰਾਜ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਕਦੀ ਨਹੀਂ ਤੋੜਿਆ। ਮਹਾਰਾਜ ਸੱਚੇ ਪਾਤਸ਼ਾਹ ਕਾਲੇ ਖਾਨ ਦੇ ਨਾਲ ਲੜਦੇ ਪਏ ਨੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੀਰੀ ਦੀ ਤਲਵਾਰ ਟੁੱਟੀ। ਮਹਾਰਾਜ ਨੇ ਪੀਰੀ ਦੀ ਤਲਵਾਰ ਨਹੀਂ ਕੱਢੀ। ਕਾਲੇ ਖਾਨ ਨੂੰ ਇੰਨਾ ਮਹਾਰਾਜ ਜੀ ਦੇ ਬਾਹਾਂ ਵਿੱਚ ਜ਼ੋਰ ਸੀ, 7.5 ਫੁੱਟ ਕੱਟ ਸਤਿਗੁਰ ਸੱਚੇ ਪਾਤਸ਼ਾਹ ਦਾ 8 ਮਨ ਪੱਕਾ ਭਾਰ, ਘੋੜਾ ਬਹੁਤਾ ਦੇਰ ਸਤਿਗੁਰ ਮਹਾਰਾਜ ਥੱਲੇ ਨਹੀਂ ਸੀ ਕੱਢਦਾ। ਸਤਿਗੁਰ ਮਹਾਰਾਜ ਗੁਰੂ ਹਰਗੋਬਿੰਦ ਵੱਡ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਨੇ ਕਾਲੇ ਖਾਨ ਨੂੰ ਚੁੱਕ ਕੇ ਉੱਤੋਂ ਜ਼ਮੀਨ ਤੇ ਮਾਰਿਆ ਤੇ ਉਹਦਾ ਸਿਰ ਐਵੇਂ ਪਾੜ ਕੇ ਖੁੱਲ ਗਿਆ ਜਿਵੇਂ ਮੱਖਣ ਵਾਲਾ ਘੜਾ ਪਾੜ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਪਰਉਪਕਾਰੀ ਇੰਨੇ ਆ ਕਿ ਜੰਗ ਦੇ ਮੈਦਾਨ ਦੇ ਵਿੱਚ ਵੀ ਪੈਂਦੇ ਖਾਨ ਨੂੰ ਮਹਾਰਾਜ ਆਪਣੀ ਢਾਲ ਕਰਕੇ ਅੰਤਮ ਸਮੇਂ ਉਹਨੂੰ ਕਹਿੰਦੇ ਨੇ ਕਿ ਖੁਦਾ ਨੂੰ ਯਾਦ ਕਰ। ਸੱਚੇ ਪਾਤਸ਼ਾਹ ਦਿਆਲੂ ਇੰਨੇ ਨੇ ਕਿ ਮਾਤਾ ਸੁਲੱਖਣੀ ਜੇਕਰ ਆਉਂਦੀ ਏ, ਮਹਾਰਾਜ ਨਾਮ ਮੇਰਾ ਸੁਲੱਖਣੀ, ਪਿੰਡ ਮੇਰਾ ਚੱਬੇ, ਅਫਲ ਜਾਂਦੀ ਨੂੰ ਕੋਈ ਤਾਂ ਫਲ ਲੱਗੇ। ਮਹਾਰਾਜ ਨੇ ਵਾਪਸ ਮੋੜਤਾ, ਕਰਮਾਂ 'ਚ ਨਹੀਂ। ਫਿਰ ਕਾਗਜ਼ ਤੇ ਕਲਮ ਲੈ ਕੇ ਆਏ। ਮਹਾਰਾਜ ਜੇ ਕਰਮ ਤੁਸੀਂ ਲਿਖਣੇ ਸੀ, ਜੇ ਪਹਿਲੋਂ ਨਹੀਂ ਲਿਖੇ ਤੇ ਆ ਲੋ ਹੁਣ ਲਿਖ ਦੋ। ਸੱਚੇ ਪਾਤਸ਼ਾਹ ਮਹਾਰਾਜ ਨੂੰ 1 ਪੁੱਤ ਮੰਗਦੀ ਪਈ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 7 ਪੁੱਤਰਾਂ ਦੀ ਦਾਤ ਦਿੱਤੀ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੁਭਾਅ ਕਿ ਥੋੜਾ ਮੰਗੋ ਉਹ ਬਹੁਤਾ ਦੇ ਦਿੰਦਾ ਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਭਾਅ। ਮਹਾਰਾਜ ਦੇਖੋ ਰੇਸ਼ਮ ਦੇ ਕੱਪੜੇ ਪਹਿਨਦੇ ਆ, ਪਰ ਮਾਤਾ ਭਾਗ ਭਰੀ ਜੰਮੂ ਕਸ਼ਮੀਰ ਦੇ ਵਿੱਚ ਉਹਨੇ ਖੱਦਰ ਦਾ ਚੋਲਾ ਬਣਾਇਆ ਤੇ ਅੱਖਾਂ ਤੋਂ ਦਿਸਦਾ ਨਹੀਂ ਸੀ ਕੋਈ ਵੀ। ਕਹਿੰਦੀ ਮਹਾਰਾਜ ਲੈ ਕੇ ਕਿਵੇਂ ਆਵਾਂ? ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਪ ਕਸ਼ਮੀਰ ਚਲੇ ਗਏ ਤੇ ਉਸ ਮਾਈ ਦੇ ਕੋਲੋਂ ਚੋਲਾ ਲੈ ਕੇ ਆਏ। ਵੱਡ ਯੋਧਾ ਬਹੁ ਪਰਉਪਕਾਰੀ ਸਤਿਗੁਰੂ। ਅੱਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਿਵਸ ਹੈ। ਇਤਿਹਾਸ ਪੜੋ। ਗੁਰੂ ਸਾਹਿਬ ਦੇ ਜਿਹੜੇ ਦਿਹਾੜੇ ਆਉਂਦੇ ਨੇ ਉਹ ਹੈ ਪ੍ਰਕਾਸ਼ ਦਿਹਾੜਾ, ਜਾਂ ਆਉਂਦਾ ਹੈ ਗੁਰਤਾ ਗੱਦੀ ਦਿਵਸ, ਜਾਂ ਆਉਂਦਾ ਹੈ ਸ਼ਹੀਦੀ ਜਾਂ ਜੋਤੀ ਜੋਤ ਦਿਵਸ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਜ਼ਿਆਦਾ ਦਿਹਾੜੇ ਮਨਾਏ ਜਾਂਦੇ ਨੇ। ਸਤਿਗੁਰ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਹੈ, ਮੀਰੀ ਪੀਰੀ ਦਿਵਸ ਮਨਾਇਆ ਜਾਂਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਕਾਲ ਤਖਤ ਸਿਰਜਣਾ ਦਿਵਸ ਮਨਾਇਆ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਮਨਾਉਂਦੇ ਆ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਇਸ ਅੱਜ ਦੇ ਜੋ ਇਤਿਹਾਸਿਕ ਦਿਹਾੜਾ ਹੈ ਕਿ ਅੱਜ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਨ ਅਕਾਲ ਤਖਤ ਦੀ ਸਿਰਜਣਾ ਕਰਕੇ ਉਸ ਤਖਤ ਤੇ ਬਿਰਾਜਮਾਨ ਹੋਏ ਤੇ ਸਿੱਖਾਂ ਨੂੰ ਹਮੇਸ਼ਾ ਉਸ ਤਖਤ ਦੇ ਨਾਲ ਜੋੜ ਦਿੱਤਾ ਜਿਸ ਤਖਤ ਨੇ ਰਹਿੰਦੀ ਦੁਨੀਆ ਤੱਕ ਰਹਿਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਦੇ ਇਤਿਹਾਸਿਕ ਦਿਹਾੜੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਇਕਾਗਰਤਾ ਬਖਸ਼ਿਸ਼ ਕਰਦਿਆਂ ਇੱਕ ਵਾਰ ਅਸੀਸ ਬਖਸ਼ੋ, ਪਿਆਰ ਸਤਿਕਾਰ ਨਾਲ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। 18 ਪੌੜੀਆਂ ਤੱਕ ਕੱਲ ਤੱਕ ਜਿਹੜੀ ਵਿਚਾਰ ਸੀ ਉਹ ਸੰਪੂਰਨ ਹੋ ਚੁੱਕੀ ਹੈ। ਸਤਿਗੁਰੂ ਗੁਰੂ ਨਾਨਕ ਤੇ ਮਹਾਰਾਜ ਪਾਤਸ਼ਾਹ 19ਵੀਂ ਪੌੜੀ ਜਿਹੜੀ ਹੈ ਉਹਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਅਸੰਖ ਨਾਵ ਅਸੰਖ ਥਾਮ। ਅਸੰਖ ਦੀ ਕੱਲ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਅੱਖਰ ਗਿਣਤੀ ਤੋਂ ਪਰੇ ਹੋ ਜਾਏ, ਜਿਸ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਉੱਥੇ ਫਿਰ ਮਹਾਰਾਜ ਨੇ ਸ਼ਬਦ ਐੜਾ
ਅਗੇਤਰ ਲਾ ਕੇ ਆਖਿਆ ਕਿ ਇਹ ਅਸੰਖ ਹੈ। ਮਹਾਰਾਜ ਹੁਣ ਇੱਥੇ ਅੱਗੇ ਗੱਲ ਕਰਦੇ ਨੇ ਕਿ ਅਸੰਖ ਨਾਮ ਅਸੰਖ ਥਾਵ। ਹੁਣ ਹਰ ਚੀਜ਼ ਜਿਹੜੀ ਹੈ, ਹਰ ਵਸਤੂ ਜਿਹੜੀ ਆ, ਉਹਨੂੰ ਅਸੀਂ ਨਾਵਾਂ ਦੇ ਨਾਲ ਜਾਣਦੇ ਹਾਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਵਸਤੂ ਚੰਗੀ ਹੈ ਜਾਂ ਮਾੜੀ ਹੈ। ਨਾਮ ਤੋਂ ਹੀ ਅਸੀਂ ਉਹਨੂੰ ਪਹਿਲੋਂ ਚੈੱਕ ਕਰ ਲੈਂਦੇ ਹਾਂ, ਦੇਖ ਲੈਂਦੇ ਹਾਂ, ਨਿਰੀਖਣ ਕਰਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇੱਥੇ ਇਸ ਸੰਸਾਰ ਦੇ ਅੰਦਰ ਅਸੰਖ ਨਾਮ ਵਾਲੀਆਂ ਵਸਤੂਆਂ ਨੇ, ਅਸੰਖ ਥਾਵ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜੇ ਥਾਮ ਹੁੰਦੇ ਆ ਨਾ, ਟਿਕਾਣਾ ਹੁੰਦਾ ਏ, ਜਿੱਥੇ ਜਿੱਥੇ ਕੋਈ ਰਹਿੰਦਾ ਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਥਾਵਾਂ ਵੀ ਅਨੇਕ ਨੇ, ਅਣਗਿਣਤ ਨੇ, ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮਹਾਰਾਜ ਅੱਗੇ ਆਖਦੇ ਨੇ ਅਗੰਮ ਅਗੰਮ ਅਸੰਖ ਲੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਲੋ ਜਿਹੜਾ ਹੈ, ਲੋ ਤੋਂ ਭਾਵ ਹੈ ਕਿ ਇਹ ਸ੍ਰਿਸ਼ਟੀ ਜਿਹੜੀ ਹੈ ਇਹ ਅਗੰਮ ਹੈ, ਇਹ ਅਗੰਮ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਅਗੰਮ ਅਗੰਮ ਅਸੰਖ ਲੋ, ਦੋ ਵਾਰੀ ਅਗੰਮ ਵਰਤਿਆ। ਗੰਮ ਜਿਹੜਾ ਹੈ ਇਹਦੇ ਅਰਥ ਹੁੰਦੇ ਨੇ ਇੰਦਰੀਆਂ ਦੀ ਪਹੁੰਚ ਵਿੱਚ ਹੋਣਾ, ਜਿਹਨੂੰ ਅਸੀਂ ਅੱਖਾਂ ਦੇ ਨਾਲ ਤੱਕ ਸਕੀਏ, ਜਿਹਨੂੰ ਕੰਨਾਂ ਦੇ ਨਾਲ ਸੁਣ ਸਕੀਏ, ਜਿਹਨੂੰ ਜ਼ਿਹਬਾ ਦੇ ਨਾਲ ਬੋਲ ਸਕੀਏ। ਪਰ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਤੇਰੀ ਕੁਦਰਤ ਇੰਨੀ ਕੁ ਵੱਡੀ ਹੈ ਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ ਅੰਦਰ ਮਹਾਰਾਜ ਜੀ ਦਾ ਸ਼ਬਦ ਹੈ ਕੋਟ ਕੋਟੀ ਮੇਰੀ ਆਰਜਾ ਪਵਨ ਪੀਨ ਅਪਿਆਓ। ਹੁਣ ਦੇਖੋ ਉਮਰ ਦੀ ਗੱਲ ਮਹਾਰਾਜ ਪਹਿਲੋਂ ਕਰਦੇ ਨੇ, ਕਹਿਣ ਲੱਗੇ ਉਮਰ ਇੰਨੀ ਹੋਵੇ ਜਿਹਨੂੰ ਕਰੋੜਾਂ ਸਾਲ ਆਖ ਦਿੱਤਾ। ਕੋਟ ਕੋਟੀ ਮੇਰੀ ਆਰਜਾ, ਆਰਜਾ ਦੇ ਅਰਥ ਹੁੰਦੇ ਨੇ ਉਮਰਾ। ਮਹਾਰਾਜ ਕਹਿੰਦੇ ਨੇ ਪਵਨ ਪੀਨ ਅਪਿਆਓ, ਕਹਿੰਦੇ ਨੇ ਹਵਾ ਜਿਹੜੀ ਹੈ ਨਾ, ਹਵਾ ਦੇ ਵਿੱਚੋਂ ਹੀ ਮੈਂ ਪਾਣੀ ਕੱਢ ਲਵਾਂ। ਤਪੱਸੀ ਤਪ ਕਰਨ ਵਾਲਾ ਇੰਨਾ ਵੱਡਾ ਤਪੀ ਹੋਵੇ ਕਿ ਉਹ ਤਪ ਕਰਨ ਵਾਸਤੇ ਉਹਦੀ ਉਮਰ ਬਹੁਤ ਲੰਮੀ ਹੋ ਚੁੱਕੀ ਹੋਵੇ। ਉਮਰ ਲੰਮੀ ਹੋਣ ਦੇ ਨਾਲ ਹਵਾ ਦੇ ਵਿੱਚੋਂ ਹੀ ਉਹ ਪੀਣ ਵਾਲੀ ਵਸਤੂ ਲੈ ਲੇ ਤੇ ਪੀਨ ਅਪਿਆਓ। ਅਪਿਆਓ ਕਹਿੰਦੇ ਨੇ ਖਾਣ ਵਾਲੀ, ਪਵਨ ਪੀਨ ਅਪਿਆਓ। ਹੁਣ ਹਵਾ ਜਿਹੜੀ ਹੈ ਨਾ ਪਵਨ, ਮਹਾਰਾਜ ਕਹਿੰਦੇ ਨੇ ਉਹਦੇ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੋਵੇ। ਭਾਵ ਕਿ ਜਾਂ ਇਸ ਤਰ੍ਹਾਂ ਆਖ ਲੋ ਕਿ ਹਵਾ ਖਾ ਕੇ ਗੁਜ਼ਾਰਾ ਕਰਦਾ ਹੋਵੇ, ਪੌਣ ਆਹਾਰੀ ਹੋਵੇ। ਕੋਟ ਕੋਟੀ ਮੇਰੀ ਆਰਜਾ ਪਵਨ ਪੀਨ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਹੁਣ ਕਹਿੰਦੇ ਨੇ ਚੰਦ ਤੇ ਸੂਰਜ ਤੋਂ ਭਾਵ ਹੈ ਕਿ ਦਿਨ ਤੇ ਰਾਤ, ਰਾਤ ਨੂੰ ਚੰਦਰਮਾ ਨਿਕਲਿਆ, ਦਿਨੇ ਸੂਰਜ ਨਿਕਲਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਮੈਂ ਇੰਨਾ ਕੁ ਕੋਈ ਤਪ ਕਰਨ ਵਾਲਾ ਹੋਵੇ, ਉਹ ਕਵੇ ਕਿ ਮੈਂ ਤੇ ਕਦੀ ਸੂਰਜ ਤੇ ਚੰਦਰਮਾ ਵੀ ਨਹੀਂ ਦੇਖਿਆ, ਮੈਨੂੰ ਤੇ ਇਹ ਵੀ ਨਹੀਂ ਪਤਾ ਲੱਗਿਆ ਕਿ ਰਾਤ ਕਿਦੋਂ ਪਈ, ਦਿਨ ਕਿਦੋਂ ਨਿਕਲਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ। ਤੇ ਸੁਪਨਾ ਮਾਤਰ ਵੀ ਨੀਂਦ ਨਾ ਆਈ ਹੋਵੇ, ਇੰਨਾ ਹੋਵੇ ਕਿ ਇੱਕ ਪਲ ਸੈਕਿੰਡ ਵਾਸਤੇ ਵੀ ਨਾ ਸੁੱਤਾ ਹੋਵੇ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰੋੜਾਂ ਸਾਲਾਂ ਦੀ ਉਮਰ, ਹਵਾ ਖਾ ਕੇ ਗੁਜ਼ਾਰਾ ਕਰਨਾ, ਗੁਫਾ ਦੇ ਵਿੱਚ ਬੈਠ ਜਾਣਾ ਜਿੱਥੇ ਨਾ ਚੰਦ ਦੀ ਖਬਰ ਨਾ ਸੂਰਜ ਦੀ ਖਬਰ, ਤੇ ਇੱਕ ਰਸ ਬਾਣੀ ਨਾਮ ਦੇ ਵਿੱਚ ਉਹਨੇ ਭਗਤੀ ਦੇ ਵਿੱਚ ਜੁੜਿਆ ਰਵੇ। ਪਰ ਮਹਾਰਾਜ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ, ਕਿ ਹੇ ਅਕਾਲ ਪੁਰਖ ਵਾਹਿਗੁਰੂ ਸੱਚ ਕਰਕੇ ਜਾਣਿਓ ਮੈਂ ਤੇਰਾ ਮੁੱਲ, ਤੇਰਾ ਥਾਂ ਨਹੀਂ ਪਾ ਸਕਦਾ। ਮੈਂ ਕਿਵੇਂ ਤੈਨੂੰ ਪ੍ਰਾਪਤ ਕਰਕੇ ਆਖਾਂ ਕਿ ਤੇਰਾ ਮੈਂ ਆਥਾ ਪਾ ਲਿਆ। ਆਹ ਜਿਹਨੂੰ ਸਤਿਗੁਰ ਮਹਾਰਾਜ ਕਹਿੰਦੇ ਨਾ ਅਗੰਮ ਅਗੰਮ ਅਸੰਖ ਲੋ। ਅਗੰਮ ਦੇ ਅਰਥ ਨੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੁੱਸਾਂ ਕੱਟੀਆਂ ਵਾਰ-ਵਾਰ। ਕੁੱਸਾਂ ਤੋਂ ਭਾਵ ਹੁੰਦਾ ਹੈ ਕਿ ਸਰੀਰ ਨੂੰ ਮੈਂ ਕੋਹ ਸੁੱਟਾਂ, ਪੀਸਣ ਪੀਸਾਂ ਪਾਏ, ਤੇ ਇਹ ਸਰੀਰ ਨੂੰ ਕੋਹ ਕੇ ਮੈਂ ਇਹਨੂੰ ਚੱਕੀ ਦੇ ਵਿੱਚ ਬਿਲਕੁਲ ਪੀਸ ਦਵਾਂ। ਅੱਗੀ ਸੇਤੀ ਜਾਲੀਆਂ ਭਸਮ ਛੇਤੀ ਰਲ ਜਾਓ, ਤੇ ਅੱਗ ਦੇ ਵਿੱਚ ਇਹਨਾਂ ਸਰੀਰ ਦੇ ਟੁਕੜਿਆਂ ਨੂੰ ਸੁੱਟ ਕੇ ਤੇ ਮੈਂ ਇਹਨਾਂ ਨੂੰ ਬਿਲਕੁਲ ਸਾੜ ਕੇ ਸੁਆਹ ਕਰ ਦਵਾਂ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ, ਕਿ ਇੰਨਾ ਕੁਝ ਕਰਨ ਦੇ ਨਾਲ, ਇੰਨਾ ਕਠੋਰ ਤਪ ਕਰਨ ਦੇ ਨਾਲ ਸਰੀਰ ਦੇ ਟੁਕੜੇ ਟੁਕੜੇ ਕਰਕੇ ਉਹਨੂੰ ਚੱਕੀ 'ਚ ਪੀਸ ਦੇਣਾ, ਅੱਗ ਦੇ ਵਿੱਚ ਸੁੱਟ ਦੇਣਾ, ਇੰਨਾ ਕਰਨ ਦੇ ਨਾਲ ਵੀ ਹੇ ਪ੍ਰਮਾਤਮਾ ਤੇਰਾ ਕੀਮਤ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।
ਮਹਾਰਾਜ ਆਖਦੇ ਨੇ ਪੰਖੀ ਹੋਏ ਕੇ ਜੇ ਪਵਾਂ ਸੈ ਅਸਮਾਨੀ ਜਾਓ, ਕਿ ਜੇਕਰ ਮੈਂ ਪੰਛੀ ਵਾਂਗ ਹੋਵਾਂ ਤੇ ਸੈਂਕੜੇ ਅਸਮਾਨਾਂ ਦੇ ਵਿੱਚ ਮੇਰੀ ਉਡਾਰੀ ਹੋਵੇ। ਤੇ ਮਹਾਰਾਜ ਆਖਦੇ ਨੇ ਨਦਰੀ ਕਿਸੇ ਨਾ ਆਵਉ, ਨਾ ਕਿਛ ਪੀਆਂ ਨਾ ਖਾਓ, ਪੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ, ਕਿ ਇੰਨੇ ਉੱਚੇ ਅਸਮਾਨਾਂ ਤੇ ਉਡਾਰੀਆਂ ਮਾਰਾਂ, ਸਾਰੇ ਅਸਮਾਨਾਂ ਨੂੰ ਮੈਂ ਲੰਘ ਕੇ ਲੋਕਾਂ ਦੀ ਨਿਗਾਹ ਤੋਂ ਵੀ ਮੈਂ ਦੂਰ ਹੋ ਕੇ ਇੰਨੀਆਂ ਉਡਾਰੀਆਂ ਮਾਰ ਕੇ ਇੰਨੀ ਤਾਕਤ ਹਾਸਲ ਕਰਕੇ ਮੈਂ ਫਿਰ ਵੀ ਤੇਰਾ ਕੋਈ ਮੁੱਲ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਅਗੰਮ ਅਗੰਮ ਅਸੰਖ ਲੋ, ਕਿ ਹੇ ਪਰਮਾਤਮਾ, ਕਿ ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹੋ ਬ੍ਰਹਿਮੰਡ ਦੇ ਉੱਤੇ ਜੀਵਨ ਹੋਵੇਗਾ। ਅੱਜ ਸਾਇੰਸ ਜਦੋਂ ਖੋਜ ਕਰਦੀ ਹੈ ਨਾ, ਤੇ ਵੱਖਰੇ ਵੱਖਰੇ ਗ੍ਰਹਿਾਂ ਦੇ ਉੱਪਰ ਆਪਣੇ ਸਪੇਸ ਸ਼ਿਪ ਭੇਜਦੀ ਆ। ਉਹ ਦੇਖਦੀ ਆ ਕਿ ਜੀਵਨ ਜਿਹੜਾ ਹੈ ਉਹ ਇਸ ਧਰਤੀ ਤੋਂ ਇਲਾਵਾ ਹੋਰ ਕਿਤੇ ਹੈ। ਕਦੀ ਮੰਗਲ ਦੇ ਉੱਤੇ ਉਹ ਪਾਣੀ ਲੱਭਦੇ ਨੇ, ਕਦੀ ਚੰਦਰਮਾ ਦੇ ਉੱਤੇ ਭੇਜਦੇ ਨੇ, ਤੇ ਉੱਥੇ ਦੇਖਦੇ ਨੇ ਕਿ ਇੱਥੇ ਜ਼ਿੰਦਗੀ ਬਣ ਸਕਦੀ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਹੈ, ਜਿਹਨੇ ਇਹ ਸ੍ਰਿਸ਼ਟੀ ਸਾਜੀ ਹੈ, ਉਹਨੇ ਆਪਣੀ ਸ੍ਰਿਸ਼ਟੀ ਦੇ ਵਿੱਚ ਕੋਈ ਵੀ ਥਾਂ ਆਪਣੇ ਨਾਮ ਤੋਂ ਬਗੈਰ ਖਾਲੀ ਨਹੀਂ ਰਹਿਣ ਦਿੱਤੀ। ਅਸੀਂ ਸੋਚਦੇ ਹਾਂ ਕਿ ਉੱਥੇ ਜੀਵਨ ਨਹੀਂ ਹੋਏਗਾ, ਪਰ ਜਿਹੜਾ ਨਿਰਾ ਜੀਵਨ ਇਹੀ ਤੇ ਨਹੀਂ ਜਿਹੜਾ ਅਸੀਂ ਜਿਉਂਦੇ ਪਏ ਆ। ਅਸਥੂਲ ਰੂਪ ਦੇ ਵਿੱਚ ਜੀਵਨ ਜੀਣ ਨੂੰ ਅਸੀਂ ਜੀਵਨ ਆਖਦੇ ਆ, ਪਰ ਸੂਖਸ਼ਮ ਰੂਪ ਦੇ ਵਿੱਚ ਬਹੁਤ ਸਾਰੇ ਉੱਥੇ ਸ਼ਾਇਦ ਹੋ ਸਕਦਾ ਹੈ ਕਿ ਜੀਵ ਤੇ ਜੰਤ ਹੋਵਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕ ਬਹੁਤ ਸਾਰੇ ਜਿਹੜੇ ਨੇ ਉੱਥੇ ਬਹੁਤ ਲੋਹ ਵਸਦੇ ਪਏ ਨੇ। ਇੱਕ ਲੋਹ ਨਹੀਂ, ਇੱਕ ਧਰਤੀ ਨਹੀਂ, ਇੱਕ ਬ੍ਰਹਿਮੰਡ ਨਹੀਂ, ਇੱਕ ਦੁਨੀਆ ਨਹੀਂ, ਇਹ ਅਣਗਿਣਤ ਨੇ। ਅਸੰਖ ਲੋਹ ਅਸੰਖ ਕਹੇ ਸਿਰ ਭਾਰ ਹੋਏ। ਹੁਣ ਇਹਨੂੰ ਪਾਠ ਕਰਦਿਆਂ ਹੋਇਆ ਕਹੇ ਨਹੀਂ ਕਹਿਣਾ, ਅਸੰਖ ਕਹੇ ਸਿਰ ਭਾਰ ਹੋਏ। ਇਹਨੂੰ ਕਹੇ ਦੋਨੋਂ ਹਾਹੇ ਲੱਗੇ ਨੇ, ਤੇ ਦੋਨੋਂ ਹਾਹਿਆਂ ਦਾ ਉਚਾਰਨ ਕਰਨਾ ਅਸੰਖ ਕਹੇ ਸਿਰ ਭਾਰ ਹੋਏ। ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਿਛਲੀਆਂ ਪੌੜੀਆਂ ਜਿਹੜੀਆਂ ਸੀ, ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ। ਦੂਸਰੀ ਪੌੜੀ ਸੀ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ। ਮਹਾਰਾਜ ਕਹਿੰਦੇ ਤੇਰੇ ਜਪ ਕਰਨ ਵਾਲੇ ਅਸੰਖ, ਤਪ ਕਰਨ ਵਾਲੇ ਅਸੰਖ, ਦਾਨ ਪੂਜਾ ਸਾਧਨਾ ਕਰਨ ਵਾਲੇ ਅਸੰਖ, ਤੇ ਦੂਸਰੇ ਪਾਸੇ ਮਹਾਰਾਜ ਕਹਿੰਦੇ ਝੂਠ ਬੋਲਣ ਵਾਲੇ, ਕੂੜ ਕਮਾਉਣ ਵਾਲੇ, ਕਤਲ ਕਰਨ ਵਾਲੇ, ਨਿੰਦਿਆ ਕਰਨ ਵਾਲੇ, ਉਹ ਵੀ ਅਣਗਿਣਤ ਅਸੰਖ ਨੇ। ਪਰ ਸੱਚੇ ਪਾਤਸ਼ਾਹ ਮਹਾਰਾਜ ਹੁਣ ਆਖਦੇ ਨੇ ਅਸੰਖ ਕਹੇ ਸਿਰ ਭਾਰ ਹੋਏ। ਅਸੰਖ ਕਹਿ ਕੇ ਵੀ ਇਵੇਂ ਲੱਗਦਾ ਹੈ ਕਿ ਜਿਵੇਂ ਸਿਰ ਦੇ ਉੱਤੇ ਭਾਰ ਚੁੱਕ ਲਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਇੰਨਾ ਆਖ ਕੇ ਵੀ ਆਖਦੇ ਆ ਕਿ ਹੇ ਅਕਾਲ ਪੁਰਖ, ਤੈਨੂੰ ਪੂਰਾ ਕੌਣ ਹੈ ਜਿਹੜਾ ਆਖ ਸਕਦਾ ਹੈ। ਅਸੰਖ ਕਹੇ ਸਿਰ ਭਾਰ ਹੋਏ। ਅਸੰਖ ਕਹਿਣ ਵਾਲਾ ਵੀ ਆਪਣੇ ਸਿਰ ਦੇ ਉੱਤੇ ਭਾਰ ਚੁੱਕਦਾ ਪਿਆ ਹੈ। ਮਹਾਰਾਜ ਅੱਗੇ ਆਖਦੇ ਨੇ, ਇੱਥੇ ਪ੍ਰਕਰਨ ਬਦਲਦਾ ਏ। ਹੁਣ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਅਖਰੀ ਨਾਮ ਅਖਰੀ ਸਲਾਹ। ਅੱਖਰ ਦੀ ਗੱਲ ਕੀਤੀ। ਹੁਣ ਦੇਖੋ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੇ ਅੱਖਰ ਅਸੀਂ ਪੜ੍ਹਦੇ ਆ ਨਾ, ਕੋਈ ਵੀ ਭਾਸ਼ਾ ਪੜੋ, ਪਰ ਉਹ ਅੱਖਰ ਕੇਵਲ ਇੱਥੇ ਸੰਸਾਰ ਦੇ ਵਿੱਚ ਹੀ ਰਹਿੰਦੇ ਨੇ। ਗੁਰਬਾਣੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਅੱਖਰ ਖਿਰ ਜਾਏਂਗੇ, ਇਹ ਅੱਖਰ ਇਨਮੇ ਨਾ ਹੈ। ਮਹਾਰਾਜ ਕਹਿੰਦੇ ਜਿਹੜਾ ਅੱਗੇ ਜਾ ਕੇ ਸ਼ਬਦ ਆਦ ਸੁਣਦਾ ਹੈ ਨਾ, ਉਹ ਅੱਖਰ ਇਹ ਨਹੀਂ ਤੁਹਾਨੂੰ ਸੁਣਾਈ ਦੇਣਗੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਮਹਾਰਾਜ ਛੋਟੇ ਨੇ ਅਜੇ, ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਮਹਿਤਾ ਕਾਲੂ ਜੀ ਨੇ ਇੱਕ ਬੜੀ ਸੋਹਣੀ ਦਸਤਾਰ ਉਦਣ ਬੰਨੀ ਜਿੱਦਣ ਸਕੂਲ ਪਹਿਲੇ ਦਿਨ ਭੇਜਦੇ ਆ। ਮਦਰਸੇ ਭੇਜਿਆ ਗਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੰਡਤ ਦੇ ਕੋਲ ਭੇਜਿਆ ਗਿਆ। ਮਹਾਰਾਜ ਨੂੰ ਸੋਨਾ ਚੋਲਾ ਪਾਇਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਥਾਲ ਦਾ ਸ਼ੱਕਰ ਦਾ ਭਰਿਆ ਹੋਇਆ ਇੱਕ ਥਾਲ ਮਹਾਰਾਜ ਜੀ ਨੇ ਪਕੜਿਆ। ਮਹਾਰਾਜ ਜਦੋਂ ਪਹੁੰਚੇ ਨੇ ਬ੍ਰਿਜਨਾਥ ਦੇ ਕੋਲ ਗਏ, ਗੋਪਾਲ ਪਾਂਧੇ ਦੇ ਕੋਲ ਸੱਚੇ ਪਾਤਸ਼ਾਹ ਮਹਾਰਾਜ ਗਏ, ਕਾਜੀ ਦੇ ਕੋਲ ਸੱਚੇ ਪਾਤਸ਼ਾਹ ਮਹਾਰਾਜ ਨੂੰ ਭੇਜਿਆ ਗਿਆ। ਜਦੋਂ ਸੱਚੇ ਪਾਤਸ਼ਾਹ ਗੋਪਾਲ ਪਾਂਧੇ ਦੇ ਕੋਲ ਲੈ ਕੇ ਗਏ ਨਾ ਪਿਤਾ ਜੀ ਬਾਬਾ ਕਾਲੂ ਜੀ, ਤੇ ਉਹ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਕਲਾਸ ਦੇ ਵਿੱਚ ਬਿਠਾ ਦਿੱਤਾ,
सच्चे पातशाह महाराज जी ने वो थाल गोपाल पांदे नूं फड़ाया कि आ मिठा लैके आए आ नाल। ਉਹ ਪਾਂਦੇ ਦੋ ਥਾਲ ਹੱਥੋਂ ਡਿੱਗਿਆ ਤੇ ਉਹ ਸ਼ੱਕਰ ਜਿਹੜੀ ਸੀ ਸਾਰੀ ਜ਼ਮੀਨ ਤੇ ਖਿਲਰ ਗਈ। ਛੋਟੇ ਬੱਚੇ ਸਨ, ਗਰੀਬ ਘਰਾਂ ਦੇ ਵੀ ਬੱਚੇ ਉੱਥੇ ਸਨ, ਉਹ ਦੌੜ ਕੇ ਆਏ ਤੇ ਸਾਰੀ ਸ਼ੱਕਰ ਜਿਹੜੀ ਸੀ ਉਹਨਾਂ ਨੇ ਚੁੱਕ ਚੁੱਕ ਕੇ ਜ਼ਮੀਨ ਤੋਂ ਖਾ ਲਈ। ਤੇ ਗੋਪਾਲ ਪਾਂਦਾ ਹੱਸ ਕੇ ਆਖਦਾ ਹੈ ਕਿ ਮਹਿਤਾ ਕਾਲੂ ਜੀ, ਤੁਹਾਡਾ ਪੁੱਤਰ ਤੇ ਬੜਾ ਸਿਆਣਾ, ਉਹ ਅੱਜ ਪਹਿਲੇ ਦਿਨ ਆਇਆ, ਉਹਨੇ ਕੱਲਾ ਮੇਰਾ ਮੂੰਹ ਮਿੱਠਾ ਨਹੀਂ ਕਰਾਇਆ, ਉਹਨੇ ਸਾਰੇ ਬੱਚਿਆਂ ਦਾ ਮੂੰਹ ਮਿੱਠਾ ਕਰਾ ਦਿੱਤਾ। ਉਹਨੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਲਾਸ 'ਚ ਬਿਠਾਉਂਦਾ ਹੈ। ਮਹਾਰਾਜ ਜੀ ਦੇ ਫੱਟੀ ਦੇ ਉੱਤੇ ਉਹਨੇ ਅੱਖਰ ਲਿਖੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਆ ਜੋ ਤੁਸੀਂ ਲਿਖਿਆ ਹੈ ਇਹ ਕਾਦੇ ਵਾਸਤੇ ਆ? ਕਹਿਣ ਲੱਗਾ ਜੀ ਇਹਨੂੰ ਪੜ੍ਹੇਗਾ ਤੇ ਗਿਆਨ ਆਵੇਗਾ। ਮਹਾਰਾਜ ਕਹਿੰਦੇ ਨੇ, ਗਿਆਨ ਕਾਦੇ ਵਾਸਤੇ, ਕੀ ਕਰਨਾ ਗਿਆਨ ਨੂੰ? ਕਹਿੰਦੇ ਗਿਆਨ ਦੇ ਨਾਲ, ਸਮਝ ਦੇ ਨਾਲ ਤੂੰ ਧਨ ਕਮਾ ਲਏਗਾ, ਜ਼ਿੰਦਗੀ ਵਿੱਚ ਸੌਖਾ ਹੋ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਆਖਦਾ ਹੈ ਗੋਪਾਲ ਪਾਂਦਾ, ਕਹਿਣ ਲੱਗਾ ਦੇਖੋ ਤੁਹਾਡੇ ਪਿਤਾ ਜੀ ਮਹਿਤਾ ਕਾਲੂ ਜੀ ਪਟਵਾਰੀ ਨੇ, ਤੁਹਾਨੂੰ ਵੀ ਅੱਖਰ ਗਿਆਨ ਹੋਵੇਗਾ, ਲੰਡੇ ਤੁਸੀਂ ਸਿੱਖ ਜਾਓਗੇ, ਅਰਬੀ ਫਾਰਸੀ ਸਿੱਖੋਗੇ, ਤੁਹਾਨੂੰ ਗਿਆਨ ਹੋਵੇਗਾ ਤੇ ਕੱਲ ਨੂੰ ਕਮਾਈਆਂ ਤੁਸੀਂ ਵੀ ਕਰ ਲਓਗੇ, ਆਪਣੇ ਪਿਤਾ ਦੇ ਸਮਾਨ ਤੁਸੀਂ ਵੀ ਪਟਵਾਰੀ ਲੱਗ ਸਕਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਸ ਗਿਆਨ ਦਾ ਇੰਨਾ ਹੀ ਫਾਇਦਾ? ਕਹਿਣ ਲੱਗੇ ਹਾਂ ਇੰਨਾ ਹੋਰ ਕੀ ਹੋ ਸਕਦਾ ਹੈ? ਮਹਾਰਾਜ ਕਹਿੰਦੇ ਫਿਰ ਆ ਦੁਨਿਆਵੀ ਗਿਆਨ ਮੈਂ ਨਹੀਂ ਪੜਨਾ। ਮਹਾਰਾਜ ਕਹਿੰਦੇ ਨੇ ਆ ਪਈ ਫੱਟੀ, ਉਹਨੇ ਊੜਾ ਲਿਖ ਕੇ ਦਿੱਤਾ ਤੇ ਮਹਾਰਾਜ ਕਹਿੰਦੇ ਇਹਦਾ ਊੜੇ ਦਾ ਮਤਲਬ ਕੀ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਮੈਂ ਉਹ ਅੱਖਰ ਪੜ੍ਹਨੇ ਆ ਜਿਨ੍ਹਾਂ ਦਾ ਮਤਲਬ ਹੋਵੇ। ਤੇ ਉਹ ਕਹਿੰਦਾ ਕੱਲੇ ਅੱਖਰ ਦਾ ਕੀ ਮਤਲਬ ਹੋਵੇਗਾ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਹੁੰਦਾ ਹੈ। ਮਹਾਰਾਜ ਨੇ ਫਿਰ ਬਾਣੀ ਉਚਾਰਨ ਕੀਤੀ ਆ। ਆਸਾ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ, ਪੱਟੀ ਲਿਖੀ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਬਾਣੀ ਉਚਾਰਨ ਕੀਤੀ, ਪੱਟੀ ਲਿਖੀ। ਸੱਚੇ ਪਾਤਸ਼ਾਹ ਮਹਾਰਾਜ ਸੱਸੇ ਤੋਂ ਆਰੰਭ ਕਰਦੇ ਨੇ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ। ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਹੈ। ਸੱਸੇ ਅੱਖਰ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਅੱਖਰ ਸੰਬੋਧਨ ਵਾਚਕ ਵੀ ਹੋ ਜਾਂਦੇ ਨੇ। ਹੁਣ ਤੁਸੀਂ ਦੇਖੋ ਯੂਕੇ ਲਿਖਦੇ ਹੋ, ਹੁਣ ਯੂਕੇ ਦਾ ਭਾਵ ਕੱਲਾ ਸਾਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਜਦੋਂ ਯੂਕੇ ਲਿਖਿਆ ਹੋਵੇ ਤੇ ਇਹਦਾ ਅਰਥ ਹੈ ਯੂਨਾਈਟਿਡ ਕਿੰਗਡਮ। ਇਹ ਸੰਕੇਤਕ ਅਰਥ ਤੇ ਹੋ ਗਏ ਆ ਨਾ। ਜੇ USA ਲਿਖਿਆ ਹੋਵੇ ਤੇ ਅਸੀਂ ਉਹਦੇ ਤੋਂ ਅੰਦਾਜ਼ਾ ਲਾ ਲੈਂਦੇ ਆ ਕਿ ਇਹ ਯੂਨਾਈਟਿਡ ਸਟੇਟ ਅਮਰੀਕਾ ਦੀ ਗੱਲ ਕੀਤੀ ਜਾਂਦੀ ਹੈ। ਜੇ UAE ਲਿਖਿਆ ਹੋਵੇ ਤੇ ਅਸੀਂ ਕਹਿੰਦੇ ਅਰਬ ਇਮਰਾਤ ਦੀ ਗੱਲ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਕੇਤਕ ਅੱਖਰ ਹੁੰਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਾਂਧੇ ਨੂੰ ਆਖਿਆ, ਉੱਥੇ ਕਾਜੀ ਨੂੰ ਆਖਿਆ ਕਿ ਅਲਫ ਬੇ ਹਮ ਤੁਮ ਲਿਖ ਦੇਨਾ, ਅੱਖਰ ਮਾਇਨੇ ਇਨਕੇ ਤੁਮ ਨਾ ਚੀਨਾ। ਅਲਫ ਬੇ ਹਮਕੋ ਤੁਮ ਲਿਖ ਦੇਨਾ, ਮਾਇਨੇ ਇਨਕੇ ਤੁਮ ਨਾ ਚੀਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੱਖਰ ਤਾਂ ਪਾਂਦਾ ਜੀ ਤੁਸੀਂ ਲਿਖ ਕੇ ਦਿੰਦੇ ਪਏ ਹੋ, ਪਰ ਅੱਖਰਾਂ ਦੇ ਮਾਇਨੇ ਨਹੀਂ ਤੁਸੀਂ ਚੀਨਦੇ ਪਏ। ਸੱਚੇ ਪਾਤਸ਼ਾਹ ਮਹਾਰਾਜ ਨੂੰ ਨੇ ਆਖਿਆ, ਫਿਰ ਕਹਿਣ ਲੱਗੇ ਨਾਨਕ ਜੀ ਫਿਰ ਤੁਸੀਂ ਦੱਸੋ ਕਿ ਕਿਹੜੇ ਅੱਖਰ ਲਿਖੇ ਜਾਣ, ਕਿਵੇਂ ਉਹ ਅੱਖਰ ਲਿਖੀਏ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਾਂਦਾ ਜੀ ਸਭ ਤੋਂ ਪਹਿਲਾਂ ਸ਼ਾਹੀ ਤਿਆਰ ਹੁੰਦੀ ਏ, ਫਿਰ ਅੱਖਰ ਲਿਖੇ ਜਾਂਦੇ ਆ। ਮਹਾਰਾਜ ਨੂੰ ਕਹਿੰਦਾ ਇਹ ਕੀ ਬੁਝਾਰਤਾਂ, ਸ਼ਾਹੀ ਕਿਵੇਂ ਤਿਆਰ ਹੁੰਦੀ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਜਿਹੜੇ ਅਸੀਂ ਪਾਪ ਕੀਤੇ ਹੋਏ ਆ ਨਾ, ਇਹ ਕਾਲਖ ਬਣ ਗਈ ਏ, ਇਹ ਕੋਲੇ ਬਣੇ ਪਏ ਆ, ਇਹਨਾਂ ਕੋਲਿਆਂ ਨੂੰ ਸਾੜਾਂਗੇ ਤੇ ਇਹਦੀ ਸ਼ਾਹੀ ਬਣੇਗੀ। ਜਾਲ ਮੋਹ ਕਸ ਮਸ ਕਰ, ਮਤ ਕਾਗਤ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ। ਸੱਚੇ ਪਾਤਸ਼ਾਹ ਕਹਿੰਦੇ ਜੇ ਲੇਖਾ ਲਿਖਣਾ ਹੈ ਨਾ ਇਵੇਂ ਦਾ ਲਿਖੀਦਾ ਹੈ। ਪਹਿਲੋਂ ਸਭ ਤੋਂ ਪਹਿਲੋਂ ਕਰਮਾਂ ਨੂੰ ਸਾੜ, ਆਪਣੇ ਕੀਤੇ ਹੋਏ ਪਾਪਾਂ ਨੂੰ ਸਾੜ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਤੇ ਆਪਣੀ ਸੁਰਤੀ ਨੂੰ ਆਪਣੀ ਮਤ ਨੂੰ ਕਾਗਜ਼ ਬਣਾ। ਭਾਉ ਕਲਮ ਕਰ ਚਿੱਤ ਲਿਖਾਰੀ, ਆਪਣੇ ਪਿਆਰ ਨੂੰ ਗੁਰੂ ਵਾਸਤੇ ਜਿਹੜਾ ਪਿਆਰ ਹੈ ਨਾ ਉਹਨੂੰ ਕਲਮ ਬਣਾ। ਭਾਉ ਕਰਮ ਕਰ ਚਿੱਤ ਲਿਖਾਰੀ, ਤੇ ਆਪਣੇ ਮਨ ਨੂੰ ਫਿਰ ਆ ਕੇ ਹੁਣ ਆ ਨਿੰਦਿਆ ਚੁਗਲੀ ਮੈਂ ਨਹੀਂ ਲਿਖਣੀ, ਹੁਣ ਮੈਂ ਪਾਪ ਇਕੱਠੇ ਨਹੀਂ ਕਰਨੇ, ਇੱਕੋ ਕੰਮ ਕਰਨਾ, ਮੈਂ ਤੇ ਗੁਰੂ ਨਾਨਕ ਦੀ ਵਡਿਆਈ ਲਿਖਣੀ ਹੈ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਵੇਂ ਲੇਖੇ ਲਿਖੀ ਦੇ ਆ। ਮਹਾਰਾਜ ਕਹਿੰਦੇ ਅੱਖਰਾਂ ਤੋਂ ਬਗੈਰ ਕੁਝ ਨਹੀਂ।
ਇਹ ਜੋ ਅਸੀਂ ਸੰਸਾਰ ਤੇ ਦੇਖਦੇ ਆ ਨਾ, ਅਸੀਂ ਨਾਮ ਵੀ ਲੈਨੇ ਆ, ਕੁਝ ਵੀ ਅਸੀਂ ਚਲੋ ਕਥਾ ਕਰਦੇ ਪਏ ਆ, ਇਹ ਵੀ ਤਾਂ ਅੱਖਰ ਹੀ ਆ ਨਾ। ਅਸੀਂ ਬਾਣੀ ਨੂੰ ਪੜ੍ਹਦੇ ਆ, ਜੇ ਅੱਖਰ ਨਾ ਹੋਣਗੇ ਤੇ ਬਾਣੀ ਕਿਵੇਂ ਪੜਾਂਗੇ ਅਸੀਂ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅੱਖਰੀ ਨਾਮ ਅੱਖਰੀ ਸਲਾਹ। ਮਹਾਰਾਜ ਕਹਿੰਦੇ ਨੇ ਅੱਖਰਾਂ ਦੇ ਨਾਲ ਹੀ ਨਾਮ ਹੈ, ਪਰ ਮਹਾਰਾਜ ਕਹਿੰਦੇ ਮਤ ਇਹ ਸੋਚੋ ਕਿ ਨਾਮ ਕਰਕੇ, ਨਾਮ ਅੱਖਰਾਂ ਤੋਂ ਬਗੈਰ ਨਾਮ ਨਹੀਂ ਹੋ ਸਕਦਾ। ਜਦੋਂ ਇਹ ਸ੍ਰਿਸ਼ਟੀ ਨਹੀਂ ਸੀ, ਜਦੋਂ ਇਹ ਭਾਸ਼ਾ ਨਹੀਂ ਹੁੰਦੀਆਂ ਸੀ, ਕਿ ਉਦੋਂ ਨਾਮ ਨਹੀਂ ਸੀ? ਕਿ ਉਦੋਂ ਧਰਮ ਨਹੀਂ ਹੋਵੇਗਾ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਮ ਅੱਖਰਾਂ ਦਾ ਮੁਹਤਾਜ ਨਹੀਂ, ਪਰ ਅੱਜ ਨਾਮ ਜੇਕਰ ਜਪਣਾ ਤੇ ਫਿਰ ਅੱਖਰਾਂ ਰਾਹੀਂ ਜਪਦੇ ਆ। ਮਹਾਰਾਜ ਕਹਿੰਦੇ ਨੇ ਅੱਖਰੀ ਨਾਮ ਅੱਖਰੀ ਸਲਾਹ। ਸਿਫਤ ਸਲਾਹ ਜਿਹੜੀ ਹੈ, ਵਡਿਆਈ ਜਿਹੜੀ ਏ, ਉਹ ਅੱਖਰਾਂ ਦੇ ਰਾਹੀਂ ਹੁੰਦੀ ਏ। ਅੱਖਰੀ ਗਿਆਨ ਗੀਤ ਗੁਣ ਗਾਹ। ਮਹਾਰਾਜ ਕਹਿੰਦੇ ਨੇ ਅੱਖਰਾਂ ਦੇ ਰਾਹੀਂ ਗਿਆਨ ਪ੍ਰਾਪਤ ਹੋਇਆ, ਅੱਖਰ ਹੀ ਗੀਤ ਬਣੇ, ਅੱਖਰ ਹੀ ਸੰਗੀਤ ਬਣੇ, ਅੱਖਰ ਹੀ ਕਵਿਤਾ ਬਣੀ, ਅੱਖਰ ਗਾਉਣ ਵਾਲੇ ਨੇ ਗਾ ਕੇ ਸੁਣਾਏ। ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ। ਮਹਾਰਾਜ ਕਹਿੰਦੇ ਹੁਣ ਅੱਖਰ ਹੀ ਆ ਨਾ ਅਸੀਂ ਲਿਖਦੇ ਆ, ਅੱਖਰ ਹੀ ਆ ਨਾ ਅਸੀਂ ਬੋਲਦੇ ਆ, ਅੱਖਰੀ ਲਿਖਣ ਬੋਲਣ ਬਾਣ। ਅੱਖਰ ਹੀ ਬਾਣੀ ਬਣਦੇ ਆ, ਅੱਖਰ ਹੀ ਭਾਸ਼ਾ ਬਣਦੇ ਪਏ ਨੇ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਨ। ਤੇ ਲੋਕ ਅੱਖਰਾਂ ਦੇ ਰਾਹੀਂ ਸੰਜੋਗ ਦੀ ਗੱਲ ਕਰਦੇ ਨੇ, ਸੰਜੋਗ ਵਿਜੋਗ ਧੁਰੋ ਹੀ ਹੁਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਪ੍ਰਮਾਤਮਾ ਦੀ ਕਿਰਪਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਨੇ ਕਿ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਉਹ ਆਖਦੇ ਨੇ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਤੇ ਮਹਾਰਾਜ ਕਹਿੰਦੇ ਅੱਖਰਾਂ ਸਿਰ ਸੰਜੋਗ ਵਖਾਨ। ਸੰਜੋਗ ਜਿਹੜੇ ਬਣਦੇ ਆ ਨਾ, ਰੱਬ ਦੇ ਨਾਲ ਵੀ ਸੰਜੋਗ ਜਿਵੇਂ ਬਣਦਾ ਹੈ, ਉਹ ਕਿਦੋਂ ਬਣਦਾ ਹੈ? ਜਦੋਂ ਅੱਖਰਾਂ ਦੇ ਰਾਹੀਂ ਅਸੀਂ ਜਪਦੇ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਅੱਖਰ ਜਪ ਜਪ ਕੇ ਪਰਮਾਤਮਾ ਨਾਲ ਸੰਜੋਗ ਬਣਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਜੋਗ ਵਿਖਿਆਨ ਕੀਤਾ ਜਾਂਦਾ ਹੈ, ਇਹ ਵੀ ਅੱਖਰਾਂ ਦੇ ਰਾਹੀਂ। ਹੁਣ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ, ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜਿਨੇ ਇਹ ਅੱਖਰ ਲਿਖ ਦਿੱਤੇ ਆ ਨਾ, ਹੁਣ ਇੱਕ ਤਾਂ ਸੰਜੋਗ ਸਾਡਾ ਅਸੀਂ ਯਤਨ ਕਰਦੇ ਆ ਤੇ ਤਾਂ ਰੱਬ ਨਾਲ ਬਣਦਾ ਹੈ। ਇੱਕ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਡੇ ਮੱਥੇ ਦੇ ਉੱਤੇ ਅੱਖਰ ਲਿਖ ਦਿੱਤੇ ਕਿ ਇਹਨੇ ਇੰਨਾ ਚਿਰ ਸੰਸਾਰ ਤੇ ਰਹਿਣਾ, ਆ ਇਹਦੇ ਭੈਣ ਹੋਣਗੇ, ਆ ਭਰਾ ਹੋਣਗੇ, ਆ ਪਰਿਵਾਰ ਹੋਵੇਗਾ, ਆ ਮਾਤਾ ਹੋਏਗੀ, ਆ ਪਿਤਾ ਹੋਏਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਪਰ ਕਿਹੜਾ ਹੈ ਜਿਹੜਾ ਰੱਬ ਦੇ ਸਿਰ ਦੇ ਉੱਤੇ ਅੱਖਰ ਲਿਖ ਸਕਦਾ ਹੋਵੇ? ਸਾਡੀ ਕਿਸਮਤ, ਸਾਡਾ ਜੀਵਨ ਜਿਹੜਾ ਹੈ ਉਹ ਰੱਬ ਨੇ ਅੱਖਰ ਲਿਖ ਕੇ ਭੇਜ ਦਿੱਤਾ ਸਾਨੂੰ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਨ ਇਹ ਲਿਖੇ ਤਿਸ ਸਿਰ ਨਾਹੀਂ। ਜਿਹੜਾ ਇਹ ਅੱਖਰ ਲਿਖਦਾ ਹੈ, ਇਹ ਅੱਖਰ ਉਹਦੇ ਸਿਰ ਤੇ ਨਹੀਂ ਟੁਕਦੇ। ਇਹ ਤਾਂ ਅੱਖਰਾਂ ਵਾਲਾ ਨਿਯਮ ਜਿਹੜਾ ਹੈ ਉਹਦੇ ਉੱਪਰ ਲਾਗੂ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਵ ਫਰਮਾਏ ਤਿਵ ਤਿਵ ਪਾਹੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜਿਵੇਂ ਉਹ ਪਰਮਾਤਮਾ ਨੇ ਕਿਰਪਾ ਕੀਤੀ, ਤਿਉਂ ਤਿਉਂ ਕੋਈ ਵਿਖਿਆਨ ਕਰਦਾ ਹੈ, ਤਿਉਂ ਤਿਉਂ ਕੋਈ ਆਖੀ ਜਾਂਦਾ ਹੈ। ਜੇਤਾ ਕੀਤਾ ਤੇਤਾ ਨਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜੋ ਕੁਛ ਅੱਜ ਤੱਕ ਬਣਿਆ ਹੈ, ਜਿੱਥੇ ਜੀਵਨ ਹੈ ਤੇ ਜਿੱਥੇ ਸਾਨੂੰ ਲੱਗਦਾ ਹੈ ਕਿ ਜੀਵਨ ਨਹੀਂ ਹੋਵੇਗਾ, ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਸਾਰਾ ਕੁਝ ਨਾਮ ਕਰਕੇ ਬਣਿਆ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਕੁਛ ਨਹੀਂ। ਉਹ ਪਰਮਾਤਮਾ ਨੇ ਕਿਰਪਾ ਕੀਤੀ, ਜਿਹਨੂੰ ਮਹਾਰਾਜ ਪਹਿਲੋਂ ਆ ਕੇ ਆਏ ਆ, ਹੁਕਮੀ ਹੋਵਨ ਆਕਾਰ। ਹੁਣ ਇੱਥੇ ਮਹਾਰਾਜ ਆਖਦੇ ਪਏ ਨੇ ਕਿ ਜੇਤਾ ਕੀਤਾ ਤੇਤਾ ਨਾਉ। ਮਹਾਰਾਜ ਕਹਿੰਦੇ ਜੋ ਕੁਝ ਬਣਿਆ, ਜੋ ਕੁਝ ਬਣਾਇਆ, ਕੀਤੇ ਤੋਂ ਭਾਵ ਹੈ ਕਿ ਜੋ ਕੁਝ ਰਚਿਆ ਗਿਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਨਾਮ ਹੈ। ਜੇਤਾ ਕੀਤਾ ਤੇਤਾ ਨਾਉ, ਵਿਨ ਨਾਵੇ ਨਾਹੀ ਕੋ ਥਾਉ। ਹੁਣ ਅਸੀਂ ਆਖਾਂਗੇ ਕਿ ਇੱਥੇ ਜੀਵਨ ਤੇ ਉੱਥੇ ਕੁਝ ਨਹੀਂ, ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਾਮ ਤੋਂ ਬਗੈਰ
कोई थां खाली नहीं। जेता कीता तेता नाम विन नावे, नाही को थाओ कोई थां ऐसी नहीं जिथे नाम उनका नहीं है। हुण देखो असी घरों तुरे उनका नाम साडे नाल सी। ਅਸੀਂ ਕਹਿੰਦੇ ਆ ਨਾ ਸਿੱਖ ਦਾ ਤੇ ਸੁਭਾਅ ਹੀ ਇਹੀ ਹੈ ਕਿ ਸਿੱਖ ਕਹਿੰਦਾ ਗੁਰ ਮੇਰੇ ਸੰਗ ਸਦਾਏ ਨਾਲੇ। ਅਸੀਂ ਜਹਾਜ਼ ਵਿੱਚ ਬੈਠੇ ਤੇ ਗੁਰੂ ਦਾ ਨਾਮ ਉੱਥੇ ਵੀ ਨਾਲ, ਅਸੀਂ ਇੱਥੇ ਪਹੁੰਚ ਗਏ ਤੇ ਇੱਥੇ ਵੀ ਨਾਲ, ਜਿੱਥੇ ਜਾਈਏ ਉੱਥੇ ਪ੍ਰਮਾਤਮਾ ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਪ੍ਰਮਾਤਮਾ ਦਾ ਨਾਮ ਹਰ ਥਾਂ ਤੇ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵਿਨ ਨਾਮੇ ਨਾਹੀ ਕੋ ਥਾਉ, ਨਾਮ ਤੋਂ ਬਗੈਰ ਫਿਰ ਕੋਈ ਵੀ ਥਾਂ ਜਿਹੜੀ ਹੈ ਉਹ ਖਾਲੀ ਨਹੀਂ। ਕੁਦਰਤ ਕਵਨ ਕਹਾ ਵਿਚਾਰ, ਇਹ ਹੁਣ ਸਤਿਗੁਰ ਮਹਾਰਾਜ ਚੌਥੀ ਪੌੜੀ ਲਗਾਤਾਰ ਹੈ ਜਿੰਦੇ ਵਿੱਚ ਮਹਾਰਾਜ ਆਖਦੇ ਨੇ ਕਿ ਕੁਦਰਤ ਕਵਨ ਕਹਾ ਵਿਚਾਰ, ਕਿ ਤੇਰੀ ਕੁਦਰਤ ਇੰਨੀ ਬੇਅੰਤ ਹੈ ਤੇ ਮੈਂ ਉਹਦੀ ਕਿਵੇਂ ਵਿਚਾਰ ਆਖ ਦਵਾਂ, ਕਿਵੇਂ ਕੁਦਰਤ ਦੇ ਬਾਰੇ ਆਖ ਦਵਾਂ। ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ, ਇੱਕ ਵਾਰ ਵੀ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਤੇਰੀ ਕੁਦਰਤ ਤੋਂ ਸਦਕੇ ਗਿਆ, ਕਿਉਂਕਿ ਤੇਰੀ ਕੁਦਰਤ ਵੱਡੀ ਹੈ। ਮੇਰੇ ਅੰਦਰ ਇੰਨੀ ਸਮਰੱਥਾ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਆਖਦੇ ਨੇ ਕਿ ਮੈਂ ਪੂਰਨ ਤੌਰ ਤੇ ਬਿਆਨ ਕਰ ਸਕਾਂ। ਜੋ ਤੁਧ ਭਾਵੈ ਸਾਈ ਭਲੀਕਾਰ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਸਾਡੇ ਵਾਸਤੇ ਠੀਕ ਹੈ। ਹੁਕਮ ਰਜਾਈ ਚੱਲਣਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕੰਮ ਚੰਗਾ, ਉਹੀ ਹਰ ਇੱਕ ਚੀਜ਼ ਚੰਗੀ ਸਾਡੇ ਜੀਵਨ ਦੇ ਵਿੱਚ ਕਿ ਜਿਹੜੀ ਤੈਨੂੰ ਚੰਗੀ ਲੱਗਦੀ ਹੈ। ਕੁਦਰਤ ਕਹਾ ਨਾ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਸਲਾਮਤ ਹੈ, ਤੂੰ ਹਮੇਸ਼ਾ ਰਹਿਣ ਵਾਲਾ ਹੈ, ਤੂੰ ਸਦੀਵੀ ਆ। ਅਸੀਂ ਇਹ ਨਹੀਂ ਆਖ ਸਕਦੇ ਕਿ ਖੁਦਾ ਰੱਬ ਪਰਮਾਤਮਾ ਵਾਹਿਗੁਰੂ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ। ਅਸੀਂ ਇਹ ਵੀ ਨਹੀਂ ਆਖ ਸਕਦੇ ਕਿ ਉਹ ਕੱਲ ਸੀ ਅੱਜ ਨਹੀਂ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹੀ ਇੱਕ ਹੈ ਜੋ ਪ੍ਰੈਜ਼ੈਂਟ ਵਿੱਚ ਵੀ ਹੈ, ਪਾਸਟ ਵਿੱਚ ਵੀ ਹੈ, ਫਿਊਚਰ ਵਿੱਚ ਵੀ ਹੋਵੇਗਾ। ਉਹੀ ਇੱਕ ਜਿਹੜਾ ਭੂਤ ਕਾਲ ਵਿੱਚ ਹੈ, ਭਵਿੱਖ ਕਾਲ ਵਿੱਚ ਹੈ, ਵਰਤਮਾਨ ਕਾਲ ਦੇ ਵਿੱਚ ਵੀ ਉਹ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਦੇ ਅੱਗੇ ਸੀਸ ਝੁਕਾਉਣਾ ਹੀ ਅਸਲ ਦੇ ਵਿੱਚ ਬੰਦਗੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਰਦਾਸ ਕਰੀਏ ਕਿ ਜੋ ਤੁਧ ਭਾਵੇਂ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਕਾਰ ਤੋਂ ਰਹਿਤ, ਮੈਲ ਸ਼ੇਪ ਤੋਂ ਰਹਿਤ, ਮਲ ਮਾਇਆ ਤੋਂ ਰਹਿਤ ਹੈ ਪ੍ਰਮਾਤਮਾ। ਤੈਨੂੰ ਨਮਸਕਾਰ ਹੈ। ਆਦੇਸ਼ ਤਿਸੇ ਆਦੇਸ਼, ਤੇਰੇ ਅੱਗੇ ਸਿਰ ਝੁਕਦਾ ਹੈ ਤੇ ਸਿਰ ਝੁਕਣਾ ਹੀ ਬੰਦਗੀ ਹੈ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਆਪ ਸੰਗਤ ਦੇ ਚਰਨ ਪਰਸਦਿਆਂ ਗੁਰਬਾਣੀ ਦੇ ਅਰਥ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਬਾਣੀ ਗੁਰੂ ਕੀ ਹੈ ਤੇ ਤੁਸ਼ ਬੁੱਧੀ ਅਨੁਸਾਰ ਮਹਾਰਾਜ ਜੀ ਦੀ ਬਾਣੀ ਦੇ ਅਰਥ ਕਰਨ ਦੇ ਯਤਨ ਕੀਤੇ। ਇੱਕ ਕੱਲ ਦੀ ਦੁਪਹਿਰ ਦੀ ਹਾਜ਼ਰੀ ਹੋਰ ਆਪ ਜੀ ਦੇ ਚਰਨਾਂ ਦੇ ਵਿੱਚ ਲੱਗਣੀ ਹੈ। ਉਸ ਤੋਂ ਬਾਅਦ ਅਗਲਾ ਜਿਹੜੇ ਪ੍ਰੋਗਰਾਮ ਨੇ ਉਹ ਬਰਮਿੰਗਮ ਸਾਈਡ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਲੈਣੀ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰੇ ਆਪ ਸੰਗਤ ਦੇ ਚਰਨ ਪਰਸਨੇ ਹਨ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਪ੍ਰਬੰਧਕ ਸੱਜਣਾ ਦਾ ਧੰਨਵਾਦ। ਬੁਲਾਓ ਫਤਿਹ, ਆਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।